बहुत ही सत्कारयोग अध्यापक साहिबान ਅਤੇ बहुत ही प्यारे विद्यार्थियों सारिਆਂ ਨੂੰ प्यार भरी सत श्री अकाल। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ जिस विषय ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਨਵੀਂ ਆਰਥਿਕ ਨੀਤੀ 1991 ਤੋਂ ਬਾਅਦ ਦੇ ਆਰਥਿਕ ਸੁਧਾਰਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ 1991 ਦੇ ਵਿੱਚ ਭਾਰਤ ਸਰਕਾਰ ਵੱਲੋਂ ਸਾਡੀ ਅਰਥ ਵਿਵਸਥਾ ਦੇ ਸੁਧਾਰ ਦੇ ਲਈ ਨਵੀਂ ਆਰਥਿਕ ਨੀਤੀ ਲਿਆਂਦੀ ਗਈ ਅਤੇ 1991 ਦੇ ਵਿੱਚ ਨਵੇਂ ਜਿਹੜੇ ਉਹ ਸੁਧਾਰ ਉਹ ਲਾਗੂ ਕੀਤੇ ਗਏ। ਉਹਨਾਂ ਬਾਰੇ ਆਪਾਂ ਇਹ ਗੱਲਬਾਤ ਕਰਾਂਗੇ। ਇਹਦੇ ਦੌਰਾਨ ਆਪਾਂ ਪੜ੍ਹਾਂਗੇ, ਇਹਦੇ ਬਾਰੇ ਗੱਲ ਕਰਾਂਗੇ ਕਿ ਆਰਥਿਕ ਸੁਧਾਰਾਂ ਦਾ ਅਰਥ ਕੀ ਹੈ, ਇਹਨਾਂ ਦੀ ਜ਼ਰੂਰਤ ਕਿਉਂ ਪਈ ਅਤੇ ਜਿਹੜੀ ਨਵੀਂ ਆਰਥਿਕ ਨੀਤੀ ਆ ਉਹਦੇ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਇਹਨਾਂ ਦੇ ਦੌਰਾਨ ਕਿਹੜੇ ਉਪਾਅ ਅਪਣਾਏ ਗਏ ਸਰਕਾਰ ਵੱਲੋਂ, ਇਹਨਾਂ ਦਾ ਕੀ ਪ੍ਰਭਾਵ ਸਾਡੀ ਅਰਥ ਵਿਵਸਥਾ 'ਤੇ ਪਿਆ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਕਿ ਆਰਥਿਕ ਸੁਧਾਰਾਂ ਦਾ ਅਰਥ ਕੀ ਹੈ। ਆਰਥਿਕ ਤੋਂ ਪਹਿਲਾਂ ਜੇ ਅਸੀਂ ਸੁਧਾਰ ਸ਼ਬਦ ਦੀ ਗੱਲ ਕਰੀਏ ਤਾਂ ਇਹਦਾ ਸ਼ਬਦਕੋਸ਼ੀ ਅਰਥ ਜਿਹੜਾ ਹੈ ਕਿ ਕਿਸੇ ਚੀਜ਼ ਵਿੱਚ ਤਬਦੀਲੀਆਂ ਲਿਆਉਣਾ ਤਾਂ ਕਿ ਉਸ ਨੂੰ ਸੁਧਾਰਿਆ ਜਾ ਸਕੇ। ਤਾਂ ਇਸੇ ਤਰ੍ਹਾਂ ਹੀ ਅਰਥ ਵਿਵਸਥਾ ਦੇ ਵਿੱਚ ਜਿਹੜੇ ਆਰਥਿਕ ਸੁਧਾਰ ਕੀਤੇ ਜਾਂਦੇ ਆ ਉਹਨਾਂ ਦਾ ਭਾਵ ਆਰਥਿਕ ਨੀਤੀਆਂ ਵਿੱਚ ਤਬਦੀਲੀਆਂ ਵਜੋਂ ਉਸ ਨੂੰ ਪਰਿਭਾਸ਼ਿਤ ਕੀਤਾ ਗਿਆ ਤਾਂ ਜੋ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਇਹਦੀ ਲੋੜ ਕਿਉਂ ਪਈ, ਇਹਨਾਂ ਆਰਥਿਕ ਸੁਧਾਰਾਂ ਦੀ ਲੋੜ ਕਿਉਂ ਪਈ, ਜ਼ਰੂਰਤ ਕਿਉਂ ਪਈ। ਅਸੀਂ ਜਾਣਦੇ ਹਾਂ ਕਿ ਜਦੋਂ ਤੋਂ ਹੀ ਦੇਸ਼ ਆਜ਼ਾਦ ਹੋਇਆ 5 ਸਾਲਾ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਅਤੇ ਉਹਨਾਂ ਦੇ ਦੌਰਾਨ ਸਾਡੀ ਅਰਥ ਵਿਵਸਥਾ ਦਾ ਜਿਹੜਾ ਇੱਕ ਚਿਹਰਾ ਮੋਹਰਾ ਸੀ ਉਹ ਸਮਾਜਵਾਦੀ ਅਰਥ ਵਿਵਸਥਾ ਵਾਲਾ ਸੀ। ਬਹੁਤੇ ਉਦਯੋਗ ਜਾਂ ਬਹੁਤੀਆਂ ਇਕਾਈਆਂ ਜਿਹੜੀਆਂ ਉਹ ਸਰਕਾਰ ਦੇ ਪ੍ਰਬੰਧ ਅਧੀਨ ਸਰਕਾਰ ਵੱਲੋਂ ਹੀ ਚਲਾਈਆਂ ਜਾਂਦੀਆਂ ਸੀ। ਨਿੱਜੀ ਖੇਤਰ ਨੂੰ ਕੋਈ ਜ਼ਿਆਦਾ ਭੂਮਿਕਾ ਜਿਹੜੀ ਉਹ ਨਹੀਂ ਦਿੱਤੀ ਗਈ ਸੀ। ਨਿੱਜੀ ਖੇਤਰ 'ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਪਾਬੰਦੀਆਂ ਲਗਾਈਆਂ ਹੋਈਆਂ ਸਨ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਵੀ ਸਖਤ ਕੀਤਾ ਹੋਇਆ ਸੀ ਤਾਂ ਕਿ ਆਯਾਤ ਜਿਹੜੇ ਆ ਉਹ ਘੱਟ ਕੀਤੇ ਜਾ ਸਕਣ ਅਤੇ ਨਿਰਯਾਤ ਜਿਹੜੇ ਆ ਉਹ ਵਧਾਏ ਜਾ ਸਕਣ। ਤਾਂ ਇਹ ਇੰਨੇ ਸਾਲਾਂ ਦੇ ਦੌਰਾਨ ਇਹਦੇ ਜਿਹੜੇ ਆ ਕੁਝ ਨਤੀਜੇ ਜਿਹੜੇ ਆ ਉਹ ਫਲਦਾਇਕ ਵੀ ਨਿਕਲੇ, ਪਰ ਜ਼ਿਆਦਾ ਜਿਹੜੇ ਆ ਉਹ ਲੰਬੇ ਸਮੇਂ ਦੇ ਵਿੱਚ ਕਈ ਗੰਭੀਰ ਨਕਾਰਾਤਮਕ ਨਤੀਜੇ ਵੀ ਇਸ ਨੀਤੀ ਦੇ ਜਿਹੜੇ ਉਹ ਸਾਹਮਣੇ ਆਏ। ਇਹਦੇ ਨਾਲ ਜਿਹੜੀ ਜਨਤਕ ਖੇਤਰ ਸੀ ਉਹਦੇ ਵਿੱਚ ਅਣਉਪਯੋਗਤਾ ਆ ਗਈ ਅਤੇ ਉਹਦੇ ਨਾਲ ਜਿਹੜਾ ਸਰਕਾਰ ਨੂੰ ਭਾਰੀ ਨੁਕਸਾਨ ਜਿਹੜੇ ਉਹ ਸਹਿਣ ਕਰਨੇ ਪਏ। ਫਿਰ ਜਦੋਂ ਵਿੱਤੀ ਘਾਟਾ ਜਦੋਂ ਹੋ ਜਾਂਦਾ ਸੀ, ਜਦੋਂ ਖਰਚੇ ਵੱਧ ਜਾਂਦੇ ਸੀ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਵਿਦੇਸ਼ਾਂ ਤੋਂ ਕਰਜ਼ਿਆਂ ਦਾ ਵੀ ਸਹਾਰਾ ਲੈਣਾ ਪਿਆ। ਵਿਦੇਸ਼ੀ ਮੁਦਰਾ ਦੇ ਭੰਡਾਰ ਦੇ ਵਿੱਚ ਕਮੀ ਆਈ। ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨ ਜਿਹੜੀ ਉਹ ਕ੍ਰੀਏਟ ਹੋਈ ਤਾਂ ਆਰਥਿਕ ਸੁਧਾਰਾਂ ਦੀ ਜਿਹੜੀ ਉਹ ਲੋੜ ਪਈ। ਭਾਰਤ ਨੇ ਜਿਹੜੀ ਉਹ ਵਿੱਤੀ ਸਹਾਇਤਾ ਦੇ ਲਈ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਲ ਪਹੁੰਚ ਕੀਤੀ ਆਪਣੀ ਉਸ ਸਥਿਤੀ ਦੇ ਵਿੱਚੋਂ ਨਿਕਲਣ ਦੇ ਲਈ। ਆਪਣੀ ਮਦਦ ਦੇ ਵਾਸਤੇ ਇਹਨਾਂ ਦੇ ਕੋਲ ਪਹੁੰਚ ਕੀਤੀ, ਪਰ ਇਹਨਾਂ ਸੰਸਥਾਵਾਂ ਵੱਲੋਂ ਇਹ ਸ਼ਰਤ ਲਗਾਈ ਗਈ ਕਿ ਭਾਰਤ ਆਪਣੀ ਅਰਥ ਵਿਵਸਥਾ ਦਾ ਉਦਾਰੀਕਰਨ ਕਰੇਗਾ ਅਤੇ ਤਾਂ ਕਿ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਉਹ ਭਾਰਤ ਵਿੱਚ ਆ ਸਕਣ। ਭਾਰਤ ਨੂੰ ਨਿੱਜੀ ਖੇਤਰ ਤੋਂ ਜਿਹੜੀਆਂ ਪਾਬੰਦੀਆਂ ਹਟਾਉਣੀਆਂ ਪੈਣਗੀਆਂ, ਅਰਥ ਵਿਵਸਥਾ ਨੂੰ ਖੋਲ੍ਹਣਾ ਪਵੇਗਾ। ਇਹ ਸ਼ਰਤਾਂ ਜਿਹੜੀਆਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ IMF ਵੱਲੋਂ ਲਗਾਈਆਂ ਗਈਆਂ ਕਿਉਂਕਿ 1980 ਦੇ ਦਹਾਕਿਆਂ ਦੇ ਦੌਰਾਨ ਵਿੱਤੀ ਘਾਟਾ ਬਹੁਤ ਜ਼ਿਆਦਾ ਸੀ। 1980-81 ਦੇ ਦੌਰਾਨ ਜਿਹੜਾ ਕੁੱਲ GDP ਦਾ 5.7% ਜਿਹੜਾ ਉਹ ਘਾਟਾ ਵਿੱਤੀ ਘਾਟਾ ਸਹਿਣ ਕਰਨਾ ਪੈ ਰਿਹਾ ਸੀ, ਜਿਹੜਾ 90-91 ਤੱਕ ਵੱਧ ਕੇ ਇਹ GDP ਦਾ 6.6% ਜਿਹੜਾ ਹੋ ਗਿਆ। ਤਾਂ ਇਹਦੇ ਨਾਲ ਜਿਹੜੇ ਉਹ ਬਾਹਰਲੇ ਸਰੋਤਾਂ ਤੋਂ, ਘਰੇਲੂ ਅਤੇ ਬਾਹਰਲੇ ਸਰੋਤਾਂ ਤੋਂ
ਕਰਜ਼ਾ ਲੈਣਾ ਪਿਆ ਤੇ ਜਨਤਕ ਕਰਜ਼ਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ। ਉਹਦੇ ਉੱਤੇ ਜਿਹੜੀ ਆ ਉਹਨੂੰ ਵਾਪਸ ਕਰਨਾ, ਉਹਦੇ ਉੱਤੇ ਵਿਆਜ ਨੂੰ ਦੇਣਾ, ਤਾਂ ਇਹਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਰਕਾਰ ਦੇ ਉੱਤੇ ਵੱਧ ਗਈਆਂ ਤੇ ਭਾਰਤ ਕਰਜ਼ੇ ਦੇ ਜਾਲ ਦੇ ਵਿੱਚ ਫਸ ਗਿਆ। GDP ਜਿਹੜੀ ਆ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਕਰਜ਼ਿਆਂ ਦੇ ਰੂਪ ਵਿੱਚ ਜਾਣ ਲੱਗਾ। ਤੇ ਅਗਲੀ ਜਿਹੜੀ ਇਹਦੀ ਲੋੜ ਸੀ ਕਿ ਜਿਹੜੀ ਕਮਜ਼ੋਰ ਭੁਗਤਾਨ ਸੰਤੁਲਨ, ਜਿਹੜਾ ਸਾਡਾ ਭੁਗਤਾਨ ਸੰਤੁਲਨ ਹੁੰਦਾ, ਜਿਵੇਂ ਸਾਡਾ ਆਯਾਤ ਨਿਰਯਾਤ ਦਾ ਜਿਹੜਾ ਉਹ ਬੈਲੈਂਸ ਹੁੰਦਾ, ਵਪਾਰ ਬਾਕੀ ਹੁੰਦਾ, ਇੱਦਾਂ ਹੀ ਭੁਗਤਾਨ ਬਾਕੀ ਜਿਹੜਾ ਉਸ ਤੋਂ ਵੱਡੀ ਟਰਮ ਜਿਹੜੀ ਆ, ਤਾਂ ਉਹ ਵੀ ਜਿਹੜਾ ਅਨਫੇਵਰੇਬਲ ਹੋ ਗਿਆ, ਪ੍ਰਤੀਕੂਲ ਹੋ ਗਿਆ। ਭੁਗਤਾਨ ਘਾਟਾ ਜਿਹੜਾ 80-81 ਦੇ ਵਿੱਚ GDP ਦਾ 1.35% ਸੀ, ਉਹ ਵੱਧ ਕੇ 90-91 ਦੇ ਵਿੱਚ 3.69% GDP ਦਾ ਹੋ ਗਿਆ। ਫਿਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚੋਂ ਬਹੁਤ ਵੱਡੀ ਰਕਮ ਜਿਹੜੀ ਆ ਉਧਾਰ ਲਈ ਗਈ ਤੇ ਉਧਾਰ ਵੀ ਜਿਹੜਾ 80-81 ਦੇ ਵਿੱਚ 12% ਸੀ GDP ਦਾ, ਉਹ ਵੱਧ ਕੇ 23% ਤੱਕ ਹੋ ਗਿਆ। ਮਤਲਬ ਕਿ ਬਾਹਰੀ ਕਰਜ਼ਾ ਵੀ ਦੇਸ਼ ਦੇ ਉੱਤੇ ਬਹੁਤ ਵੱਧ ਗਿਆ। ਮਹਿੰਗਾਈ ਦਾ ਜਿਹੜਾ ਪੱਧਰ ਆ ਉਹ ਬਹੁਤ ਉੱਚਾ ਹੋ ਗਿਆ। ਵਿੱਤੀ ਘਾਟੇ ਦੇ ਦੌਰਾਨ ਜਦੋਂ ਵੀ ਕਿਸੇ ਅਰਥ ਵਿਵਸਥਾ ਦੇ ਵਿੱਚ ਵਿੱਤੀ ਘਾਟਾ ਹੁੰਦਾ ਤਾਂ ਕੇਂਦਰੀ ਬੈਂਕ ਜਿਹੜੀ ਆ ਉਸ ਤੋਂ ਜਿਹੜਾ ਸਹਾਇਤਾ ਲਈ ਜਾਂਦੀ ਆ, ਉਸ ਤੋਂ ਉਧਾਰ ਲਿਆ ਜਾਂਦਾ ਤੇ ਉਹ ਕੇਂਦਰੀ ਬੈਂਕ ਜਿਹੜੀ ਆ, ਜਿਵੇਂ RBI ਆ, ਰਿਜ਼ਰਵ ਬੈਂਕ ਆਫ ਇੰਡੀਆ, ਉਹਦੇ ਵੱਲੋਂ ਨਵੇਂ ਨੋਟ ਛਾਪੇ ਜਾਂਦੇ ਆ। ਇਹਦੇ ਨਾਲ ਦੇਸ਼ ਦੇ ਵਿੱਚ ਜਿਹੜੀ ਆ ਮੁਦਰਾ ਦਾ ਭੰਡਾਰ ਆ ਉਹ ਵੱਧ ਜਾਂਦਾ, ਮੁਦਰਾ ਦੀ ਸਪਲਾਈ ਵੱਧ ਜਾਂਦੀ ਆ। ਤਾਂ ਇਹਦੇ ਨਾਲ ਲੋਕਾਂ ਦੇ ਕੋਲ ਪੈਸਾ ਆਉਣ ਕਰਕੇ ਉਹਨਾਂ ਜਿਹੜੀਆਂ ਉਨੀਆਂ ਵਸਤੂਆਂ ਹੁੰਦੀਆਂ ਨਹੀਂ, ਜਿਹੜੀ ਆ ਮੰਗ ਜ਼ਿਆਦਾ ਹੁੰਦੀ ਆ, ਪੂਰਤੀ ਘੱਟ ਹੁੰਦੀ ਆ, ਇਹਦੇ ਕਰਕੇ ਜਿਹੜੀ ਮਹਿੰਗਾਈ ਜਿਹੜੀ ਆ ਉਹਦੇ ਵਿੱਚ ਵਾਧਾ ਹੋ ਜਾਂਦਾ। ਤਾਂ 1980 ਦੇ ਵਿੱਚ ਇਹ ਜਿਹੜੀ ਆ ਮਹਿੰਗਾਈ ਸੀ 6.7% ਸੀ, ਜਿਹੜੀ 90-91 ਦੇ ਵਿੱਚ ਵੱਧ ਕੇ 10.3% ਜਿਹੜੀ ਆ ਉਹ ਮਹਿੰਗਾਈ ਉਹ ਹੋ ਗਈ। ਤਾਂ ਇਹਦੇ ਨਾਲ ਜਦੋਂ ਦੇਸ਼ ਦੇ ਵਿੱਚ ਕੀਮਤਾਂ ਵੱਧਦੀਆਂ ਤਾਂ ਵਸਤੂਆਂ ਦੀਆਂ ਕੀਮਤਾਂ ਜਿਹੜੀਆਂ ਉੱਚੀਆਂ ਹੋਣ ਕਰਕੇ ਨਿਰਯਾਤ ਘਟ ਜਾਂਦੇ ਆ, ਕਿਉਂਕਿ ਸਾਡੀਆਂ ਵਸਤੂਆਂ ਜਿਹੜੀਆਂ ਵਿਦੇਸ਼ਾਂ ਨੂੰ ਉਹ ਮਹਿੰਗੀਆਂ ਮਿਲਦੀਆਂ ਪਹਿਲਾਂ ਨਾਲੋਂ, ਉਹਨਾਂ ਦੀ ਕੀਮਤ ਵਧੀ ਹੋਈ ਹੁੰਦੀ ਆ। ਤਾਂ ਇਹਦੇ ਨਾਲ ਜਿਹੜਾ ਉਹ ਨਿਰਯਾਤ ਵੀ ਘਟ ਗਿਆ। ਤਾਂ ਇਹ ਵੀ ਜਿਹੜੀ ਇੱਕ ਅਨਫੇਵਰੇਬਲ ਜਿਹੜੀ ਉਹ ਸਿਚੁਏਸ਼ਨ ਜਿਹੜੀ ਆ ਪ੍ਰਤੀਕੂਲ ਭਾਰਤ ਦੇ ਲਈ ਸੀ। ਫਿਰ ਜਿਹੜਾ ਸਰਵਜਨਕ ਖੇਤਰ, ਜਿਹਦੇ ਵਿੱਚ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੀ ਸਰਵਜਨਕ ਉਦਮ ਨੂੰ ਜਿਹੜੀ ਪਹਿਲ ਦਿੱਤੀ ਜਾਂਦੀ ਸੀ, ਉਹਦੇ ਵਿੱਚ ਜਿਹੜੀਆਂ ਇਕਾਈਆਂ ਸੀ ਉਹ ਬਹੁਤ ਸਾਰੀਆਂ ਉਹਨਾਂ ਦੇ ਵਿੱਚ ਕਮੀਆਂ ਆ ਗਈਆਂ। ਕੁਝ ਇਕਾਈਆਂ ਜਿਹੜੀਆਂ ਉਹ ਬਿਮਾਰ ਹੋ ਗਈਆਂ। ਉਹਨਾਂ ਦੀ ਜਿਹੜੀ ਉਹ ਕਿਉਂ ਸ਼ੁਰੂ ਕੀਤੀਆਂ ਗਈਆਂ ਸੀ ਕਿ ਇੱਕ ਤਾਂ ਕਿ ਦੇਸ਼ ਦੇ ਵਿੱਚੋਂ ਅਸਮਾਨਤਾ ਜਿਹੜੀ ਆ ਉਹ ਖਤਮ ਕੀਤੀ ਜਾਵੇ, ਗਰੀਬੀ ਦੂਰ ਕੀਤੀ ਜਾਵੇ, ਤੇ ਇਸੇ ਕਰਕੇ ਜਿਹੜੀ ਇਹਨਾਂ ਨੂੰ ਪ੍ਰਮੁੱਖ ਭੂਮਿਕਾ ਜਿਹੜੀ ਦਿੱਤੀ ਗਈ ਸੀ ਸਰਵਜਨਕ ਖੇਤਰ ਨੂੰ। ਪਰ ਜਿਹੜੇ ਉਹ ਸਰਵਜਨਕ ਖੇਤਰ ਦਾ ਜਿਹੜਾ ਉਹ ਇਸ ਸਮੇਂ ਦੌਰਾਨ ਜੋ ਪ੍ਰਭਾਵ ਰਿਹਾ, ਜੋ ਉਹਦਾ ਅਸਰ ਰਿਹਾ, ਉਹ ਜਿਹੜਾ ਉਹ ਬਹੁਤ ਹੀ ਮਾੜਾ ਰਿਹਾ। ਤਾਂ ਇਹਦੇ ਨਾਲ ਉਹਨੂੰ ਆਪਣੀ ਜਿਹੜੀ ਉਹ ਜ਼ਿੰਮੇਵਾਰੀ ਆ ਸਹੀ ਢੰਗ ਨਾਲ ਉਹਨੇ ਨਹੀਂ ਨਿਭਾਈ ਸਰਵਜਨਕ ਖੇਤਰ ਵੱਲੋਂ। ਤਾਂ ਇਹਦੇ ਨਾਲ ਆਮਦਨ ਦੀ ਥਾਂ ਤੇ ਇਹ ਜਿਹੜਾ ਖੇਤਰ ਆ ਇੱਕ ਤਰ੍ਹਾਂ ਦਾ ਬੋਝ ਬਣ ਗਿਆ ਦੇਸ਼ ਦੇ ਉੱਤੇ। ਵਿਦੇਸ਼ੀ ਮੁਦਰਾ ਦੇ ਭੰਡਾਰ ਦੇ ਵਿੱਚ ਵੀ ਜਿਹੜੀ ਗਿਰਾਵਟ ਆਈ। ਤਾਂ ਇਹ ਜਿਹੜਾ ਕਰਜ਼ਿਆਂ ਦੀ ਅਦਾਇਗੀ ਕਰਨ ਵਾਸਤੇ ਜਿਹੜੀ ਉਹ ਵਿਸ਼ਵ ਬੈਂਕ ਕੋਲੇ ਸੋਨੇ ਦੇ ਭੰਡਾਰ ਨੂੰ ਵੀ ਗਿਰਵੀ ਰੱਖਣਾ ਪਿਆ। ਮਤਲਬ ਕਿ ਇੰਨੀ ਮਾੜੀ ਹਾਲਤ ਜਿਹੜੀ ਆ ਉਹ ਸਾਡੇ ਦੇਸ਼ ਦੀ ਹੋ ਗਈ। ਤਾਂ ਫਿਰ ਜਦੋਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਲੋਂ ਜਦੋਂ ਲੋਨ ਦੇ ਲਈ ਜਾਂ ਸਹਾਇਤਾ ਲੈਣ ਦੇ ਲਈ ਉਹਨਾਂ ਨੂੰ ਬੇਨਤੀ ਕੀਤੀ, ਤਾਂ ਉਹਨਾਂ ਨੇ ਇਹ ਸ਼ਰਤਾਂ ਰੱਖੀਆਂ ਕਿ ਦੇਸ਼ ਦੇ ਵਿੱਚ ਉਦਾਰੀਕਰਨ ਕੀਤਾ ਜਾਵੇ, ਨਿੱਜੀਕਰਨ ਕੀਤਾ ਜਾਵੇ ਤੇ ਵਿਸ਼ਵੀਕਰਨ ਜਿਹੜਾ ਮਤਲਬ ਕਿ ਅਰਥ ਵਿਵਸਥਾ ਨੂੰ ਖੋਲ੍ਹਿਆ ਜਾਵੇ। ਇਹਦੇ 'ਤੇ ਜਿਹੜੀਆਂ ਬੰਦਸ਼ਾਂ ਲੱਗੀਆਂ ਹੋਈਆਂ ਉਹਨਾਂ ਨੂੰ ਘੱਟ ਕੀਤਾ ਜਾਵੇ। ਇਹ ਜਿਹੜੀਆਂ ਨੀਤੀਆਂ ਫਿਰ ਮਜਬੂਰੀ ਦੇ ਵਿੱਚ ਭਾਰਤ ਨੂੰ ਅਪਣਾਉਣੀਆਂ ਪਈਆਂ। ਉਦਾਰੀਕਰਨ ਨੀਤੀ ਤੋਂ ਪਹਿਲਾਂ ਕੀ ਸੀ ਕਿ ਇੱਕ ਲਾਇਸੈਂਸ ਪ੍ਰਣਾਲੀ ਸੀ। ਇਹਦੇ ਦੌਰਾਨ ਜਿਹੜਾ ਨਿੱਜੀ ਖੇਤਰ ਦੇ ਉੱਤੇ ਕੰਟਰੋਲ ਕੀਤਾ ਜਾਂਦਾ ਸੀ, ਨਿਯੰਤਰਣ ਕੀਤਾ ਜਾਂਦਾ ਸੀ, ਵਿਦੇਸ਼ੀ ਮੁਦਰਾ ਦੇ ਉੱਤੇ ਨਿਯੰਤਰਣ ਕੀਤਾ ਜਾਂਦਾ ਸੀ ਤੇ ਨਿੱਜੀ ਖੇਤਰ ਨੂੰ ਵੀ ਪੂਰੀ ਤਰ੍ਹਾਂ ਨਾਲ ਨਿਯੰਤਰਿਤ ਕੀਤਾ ਹੋਇਆ ਸੀ। ਪਰ ਸਰਵਜਨਕ ਖੇਤਰ ਦਾ ਜਿਹੜਾ ਅਯੋਗ ਪ੍ਰਬੰਧ ਸੀ, ਉਹਦੇ ਨਾਲ ਜਿਹੜੇ ਉਹ ਆਰਥਿਕ ਵਿਕਾਸ ਬੁਰੀ ਤਰ੍ਹਾਂ ਰੁਕ ਗਿਆ ਤੇ GDP ਦਾ ਜਿਹੜਾ ਵਿਕਾਸ ਦਰ ਆ ਉਹ ਹੇਠਲੇ ਪੱਧਰ ਤੇ ਪਹੁੰਚ ਗਈ। ਤੇ ਨਵੀਂ ਆਰਥਿਕ ਨੀਤੀ ਸਾਲ 1991 ਦੇ ਵਿੱਚ 24 ਜੁਲਾਈ 1991 ਨੂੰ ਸ਼ੁਰੂ ਕੀਤੀ ਗਈ। ਤਾਂ ਇਹਦੇ ਜਿਹੜੇ ਮਹੱਤਵਪੂਰਨ ਤੱਤ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਉਦਾਰੀਕਰਨ ਸਿੱਧੇ ਜਾਂ ਅਸਿੱਧੇ ਨਿਯੰਤਰਣ ਤੋਂ ਆਜ਼ਾਦ ਕਰਨਾ ਸੀ ਅਰਥ ਵਿਵਸਥਾ ਨੂੰ।
ਤੇ ਸਮਾਜ ਇਹ ਇੱਕ ਸਮਾਜਵਾਦ ਤੋਂ ਬਾਜ਼ਾਰ ਦੀ ਅਰਥ ਵਿਵਸਥਾ ਦੇ ਵੱਲ ਜਾਣ ਦੀ ਇੱਕ ਪ੍ਰਕਿਰਿਆ ਸੀ। ਸਮਾਜਵਾਦ ਤੋਂ ਤਾਂ ਜਿਹੜੀ ਬਾਜ਼ਾਰ ਦੀ ਵਧੇਰੇ ਭੂਮਿਕਾ ਉਹ ਮੁਕਾਬਲੇਬਾਜ਼ੀ ਨੂੰ ਵਧਾਉਂਦੀ ਆ। ਤਾਂ ਜਦੋਂ ਮੁਕਾਬਲਾ ਹੋਵੇਗਾ ਤਾਂ ਇਹ ਸਾਰਾ ਜਿਹੜਾ ਪ੍ਰਬੰਧ ਆ, ਸਿਸਟਮ ਆ, ਉਹ ਕੁਸ਼ਲ ਹੋਵੇਗਾ। ਤਾਂ ਇਹ ਇਸ ਪ੍ਰਕਿਰਿਆ ਨੂੰ ਜਿਹੜੀ ਆ ਉਹ ਉਤਸ਼ਾਹਿਤ ਕਰਦੀ ਆ ਉਦਾਰੀਕਰਨ ਦੀ ਨੀਤੀ। ਉਦਯੋਗਿਕ ਖੇਤਰ ਦੇ ਵਿੱਚ ਸੁਧਾਰ ਕੀਤੇ ਗਏ। ਪਹਿਲਾਂ ਨਿੱਜੀ ਖੇਤਰ ਨੂੰ ਇੱਕ ਗੌਣ ਭੂਮਿਕਾ ਜਿਹੜੀ ਉਹ ਦਿੱਤੀ ਜਾਂਦੀ ਸੀ, ਉਹਨੂੰ ਜ਼ਿਆਦਾ ਜਿਹੜਾ ਉਹ ਜ਼ੋਰ ਆ ਉਹ ਸਰਵਜਨਕ ਖੇਤਰ ਦੇ ਉੱਤੇ ਲਾਇਆ ਜਾਂਦਾ ਸੀ। ਨਿੱਜੀ ਖੇਤਰ ਨੂੰ ਨਿਯੰਤਰਿਤ ਕੀਤਾ ਜਾਂਦਾ ਸੀ, ਉਹਦੇ 'ਤੇ ਸ਼ਰਤਾਂ ਲਾਈਆਂ ਜਾਂਦੀਆਂ ਸਨ, ਉਹਨੂੰ ਕੰਟਰੋਲ ਕੀਤਾ ਜਾਂਦਾ ਸੀ ਤੇ ਉਹਦੀਆਂ ਜਿਹੜੀਆਂ ਉਹ ਉਤਪਾਦਨ ਦੀਆਂ ਸੀਮਾਵਾਂ ਵੀ ਨਿਰਧਾਰਿਤ ਕੀਤੀਆਂ ਜਾਂਦੀਆਂ ਸੀ। ਜੇ ਉਹਨਾਂ ਨੇ ਨਵੇਂ ਉਦਯੋਗ ਸਥਾਪਿਤ ਕਰਨੇ ਆ ਜਾਂ ਮੌਜੂਦਾ ਉਦਯੋਗਾਂ ਦੇ ਵਿੱਚ ਵਾਧਾ ਕਰਨਾ, ਉਹਦੇ ਲਈ ਲਾਇਸੈਂਸ ਲੈਣਾ ਪੈਂਦਾ ਸੀ। ਤਾਂ ਇਸ ਤਰ੍ਹਾਂ ਮਤਲਬ ਕਿ ਪੂਰੀ ਤਰ੍ਹਾਂ ਨਾਲ ਜਿਹੜੀ ਨਿੱਜੀ ਖੇਤਰ ਦੇ ਜਿਹੜਾ ਸੀ ਉਹ ਪੂਰੀ ਤਰ੍ਹਾਂ ਨਾਲ ਸਰਕਾਰ ਵੱਲੋਂ ਨਿਯੰਤਰਿਤ ਕੀਤਾ ਹੋਇਆ ਸੀ। ਉਦਾਰੀਕਰਨ ਦੀ ਨੀਤੀ ਦੇ ਤਹਿਤ ਉਦਯੋਗਿਕ ਖੇਤਰ 'ਚ ਕਈ ਤਰ੍ਹਾਂ ਦੇ ਜਿਹੜੇ ਸੁਧਾਰ ਆ ਉਹ ਕੀਤੇ ਗਏ। ਪਹਿਲਾਂ ਤਾਂ ਹੈਗਾ ਕਿ ਉਹਦੇ 'ਚ ਲਾਇਸੈਂਸ ਨੂੰ ਖਤਮ ਕੀਤਾ ਗਿਆ। ਲਾਇਸੈਂਸ ਖਤਮ ਕਰਨਾ, ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਉਦਯੋਗਿਕ ਖੇਤਰ ਨੂੰ ਦੇ ਵਿੱਚ ਨਿੱਜੀ ਖੇਤਰ ਨੂੰ ਜਿਹੜੇ ਆ ਉਹ ਚਾਹੇ ਉਹਨਾਂ ਨੇ ਉਤਪਾਦਨ ਦੇ ਵਿੱਚ ਵਾਧਾ ਕਰਨਾ, ਵਿਸਥਾਰ ਕਰਨਾ, ਪੈਮਾਨਾ ਵਧਾਉਣਾ, ਕੁਝ ਵੀ ਕਰਨਾ ਹੋਵੇ, ਨਵੀਂ ਇਕਾਈ ਲਗਾਉਣੀ ਹੋਵੇ ਤਾਂ ਉਹਦੇ ਵਾਸਤੇ ਲਾਇਸੈਂਸ ਲੈਣਾ ਪੈਂਦਾ ਸੀ। ਪਰ ਇਸ ਪ੍ਰਕਿਰਿਆ ਦੇ ਦੌਰਾਨ ਉਦਾਰੀਕਰਨ ਦੀ ਨੀਤੀ ਦੇ ਵਿੱਚ ਇਹਨਾਂ 6 ਉਦਯੋਗਾਂ ਨੂੰ ਛੱਡ ਕੇ, ਜਿਹਦੇ ਵਿੱਚ ਸ਼ਰਾਬ, ਸਿਗਰਟ, ਰੱਖਿਆ ਉਪਕਰਨ, ਖਤਰਨਾਕ ਰਸਾਇਣ, ਉਦਯੋਗਿਕ ਵਿਸਫੋਟਕ ਤੇ ਨਸ਼ੀਲੇ ਪਦਾਰਥ ਤੇ ਦਵਾਈਆਂ, ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਜਿਹੜਾ ਲਾਇਸੈਂਸ ਆ ਉਹ ਖਤਮ ਕਰ ਦਿੱਤਾ ਗਿਆ। ਰਾਖਵਾਂਕਰਨ ਦਾ ਜਿਹੜਾ ਉਹ ਨਿੱਜੀ ਖੇਤਰ ਲਈ ਇੱਕ ਜਿਹੜੇ ਕੁਝ ਉਦਯੋਗ ਆ ਉਹ ਰਾਖਵੇਂ ਰੱਖੇ ਗਏ ਸੀਗੇ ਤੇ ਜਿਹੜੇ ਕੁਝ ਉਦਯੋਗ ਜਿਹੜੇ ਆ ਉਹ ਸਰਵਜਨਕ ਖੇਤਰ ਲਈ ਰਾਖਵੇਂ ਰੱਖੇ ਸੀ, ਜਨਤਕ ਖੇਤਰ ਲਈ। ਤਾਂ ਸਰਕਾਰ ਨੇ ਉਹ ਜਿਹੜੀ ਫਿਰ ਜਨਤਕ ਖੇਤਰ ਲਈ ਰੱਖੇ ਗਏ ਸੀ ਉਹਨਾਂ ਦੀ ਗਿਣਤੀ ਨੂੰ ਘੱਟ ਕਰ ਦਿੱਤਾ। ਪਹਿਲਾਂ ਇਹਨਾਂ ਨੂੰ ਸਿਰਫ ਜਿਹੜੇ ਆ ਉਹ ਸਰਕਾਰ ਦੇ ਕੋਲੇ 8 ਉਦਯੋਗਾਂ ਦੇ ਵਿੱਚ ਜਿਹੜਾ ਉਹ ਕੰਮ ਕਰਨ ਦਾ ਜਿਹੜਾ ਆਗਿਆ ਦਿੱਤੀ ਸੀ ਤੇ ਬਾਅਦ ਵਿੱਚ ਸਰਕਾਰ ਦੇ ਕੋਲ ਸਿਰਫ 3 ਉਦਯੋਗ ਜਿਹੜੇ ਉਹ ਰਹਿ ਗਏ। ਮਤਲਬ ਕਿ ਹੋਰ ਉਦਯੋਗ ਜਿਹੜੇ ਆ ਉਹ ਨਿੱਜੀ ਖੇਤਰ ਦੇ ਲਈ ਖੋਲ੍ਹ ਦਿੱਤੇ ਗਏ, ਜਿਹੜੇ ਪਹਿਲਾਂ ਸਰਵਜਨਕ ਖੇਤਰ ਦੇ ਲਈ ਰਾਖਵੇਂ ਰੱਖੇ ਹੋਏ ਸਨ। ਉਤਪਾਦਨ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਗਿਆ, ਕਿਉਂਕਿ ਪਹਿਲਾਂ ਲਾਇਸੈਂਸ ਲੈਣਾ ਪੈਂਦਾ ਸੀਗਾ, ਪਰ ਹੁਣ ਪੈਮਾਨੇ ਦਾ ਵਿਸਥਾਰ ਕਰਨ ਲਈ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਸੀ, ਜਿਹੜੀ ਕਿ ਪਹਿਲਾਂ ਲੈਣੀ ਪੈਂਦੀ ਸੀ। ਤਾਂ ਜਿਹੜੀਆਂ MRTP ਕੰਪਨੀਆਂ ਉਹਨਾਂ ਨੂੰ ਵੀ ਜਿਹੜੀਆਂ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਸਾਰ ਆਪਣੇ ਪੈਮਾਨੇ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਸੁਤੰਤਰ ਕਰ ਦਿੱਤਾ ਗਿਆ ਕਿ ਉਹ ਜਿੰਨਾ ਮਰਜ਼ੀ ਆਪਣਾ ਉਤਪਾਦਨ ਜਿਹੜਾ ਉਹ ਵਧਾ ਸਕਦੀਆਂ। ਪੂੰਜੀਗਤ ਸਮਾਨ ਦਾ ਆਯਾਤ ਕਰਨ ਦੀ ਆਜ਼ਾਦੀ, ਮਤਲਬ ਕਿ ਪੂੰਜੀਗਤ ਵਸਤੂਆਂ ਜਿਹੜੀਆਂ ਹੋਰ ਦੂਸਰੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਸੀ ਉਦਯੋਗਪਤੀਆਂ ਨੂੰ, ਉਹਨਾਂ 'ਤੇ ਪਹਿਲਾਂ ਬਹੁਤ ਸਾਰੇ ਜਿਹੜੇ ਉਹ ਨਿਯੰਤਰਣ ਲੱਗੇ ਹੋਏ ਸੀ। ਆਯਾਤ ਘੱਟ ਹੋਣ ਕਰਕੇ, ਆਯਾਤ ਨਾ ਕਰਨ ਦੀ ਆਗਿਆ ਹੋਣ ਕਰਕੇ ਉਹਨੂੰ ਬਾਹਰੋਂ ਨਹੀਂ ਸੀ ਮੰਗਵਾਇਆ ਜਾ ਸਕਦਾ। ਪਰ ਇਸ ਉਦਾਰੀਕਰਨ ਦੀ ਨੀਤੀ ਦੇ ਵਿੱਚ ਇਹ ਜਿਹੜੀ ਆ ਉਹ ਖੁੱਲ੍ਹ ਦੇ ਦਿੱਤੀ ਗਈ ਤੇ ਆਯਾਤ ਕਰਨ ਦੇ ਉੱਤੇ ਕੋਈ ਪਾਬੰਦੀ ਨਹੀਂ ਸੀ। ਆਧੁਨਿਕੀਕਰਨ ਅਤੇ ਉਤਪਾਦਨ ਦੀਆਂ ਤਕਨੀਕਾਂ ਦੇ ਵਿੱਚ ਸੁਧਾਰ ਕਰਨ ਦੇ ਵਾਸਤੇ ਉਹਨਾਂ ਨੂੰ ਪੂਰੀ ਖੁੱਲ੍ਹ ਸੀ। ਫਿਰ ਛੋਟੇ ਉਦਯੋਗਾਂ ਦੇ ਵਿੱਚ ਵੀ ਜਿਹੜਾ ਉਹ ਸੁਧਾਰ ਹੋਇਆ, ਕੀਤੇ ਗਏ। ਉਹਨਾਂ ਦੇ ਨਿਵੇਸ਼ ਦੀ ਸੀਮਾ ਜਿਹੜੀ ਆ ਉਹ ਵਧਾ ਦਿੱਤੀ ਗਈ। ਪਹਿਲਾਂ ਕੁਝ ਲੱਖ ਤੱਕ ਸੀ, ਫਿਰ ਕਰੋੜ ਰੁਪਏ ਤੱਕ ਕਰ ਦਿੱਤੀ ਗਈ ਤੇ ਉਹਨਾਂ ਦੇ ਵਿੱਚ ਵਿਕਾਸ ਅਤੇ ਆਧੁਨਿਕੀਕਰਨ ਨੂੰ ਉਤਸ਼ਾਹ ਮਿਲਿਆ ਤੇ ਹੁਣ ਉਹ ਵੱਧ ਮਾਤਰਾ ਦੇ ਵਿੱਚ ਉਤਪਾਦਨ ਜਿਹੜਾ ਉਹ ਕਰ ਸਕਦੇ ਸਨ। ਵਿੱਤੀ ਖੇਤਰ ਦੇ ਵਿੱਚ ਵੀ ਸੁਧਾਰ ਕੀਤੇ ਗਏ, ਜਿਵੇਂ ਵਪਾਰਕ ਬੈਂਕਾਂ, ਨਿਵੇਸ਼ ਬੈਂਕਾਂ ਤੇ ਸਟਾਕ ਐਕਸਚੇਂਜ, ਇਹਦੇ ਜਿਹੜੇ ਕੰਮਾਂ ਨੂੰ ਇਹਦੇ ਵਿੱਚ ਵਿੱਤੀ ਖੇਤਰ ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਤੇ ਸਰਕਾਰ ਜਿਹੜੀ ਭਾਰਤੀ ਰਿਜ਼ਰਵ ਬੈਂਕ RBI ਵੱਲੋਂ ਵੱਖ-ਵੱਖ ਜਿਹੜੇ ਸਾਧਨ ਅਪਣਾਏ ਜਾਂਦੇ ਆ, ਜਿਵੇਂ ਸਟੈਚੂਟਰੀ ਤਰਲਤਾ ਅਨੁਪਾਤ SLR, ਨਕਦ ਰਿਜ਼ਰਵ ਰੇਸ਼ੋ CRR, ਬੈਂਕ ਰੇਟ, ਪ੍ਰਾਈਮ ਲੈਂਡਿੰਗ ਰੇਟ PLR, ਰੈਪੋ ਰੇਟ, ਰਿਵਰਸ ਰੈਪੋ ਰੇਟ, ਇਹਨਾਂ ਦੁਆਰਾ ਬੈਂਕਾਂ ਦੇ ਉੱਤੇ ਜਿਹੜਾ ਉਹ ਨਿਯੰਤਰਣ ਉਹ ਕੀਤਾ ਜਾਂਦਾ ਸੀ। ਤਾਂ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ, ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਆਪਣੀ ਭੂਮਿਕਾ ਦੇ ਵਿੱਚ ਤਬਦੀਲੀ ਕੀਤੀ ਗਈ। ਪਹਿਲਾਂ ਉਹ ਨਿਯੰਤਰਕ ਸੀ ਤਾਂ ਹੁਣ ਉਸਨੇ ਇੱਕ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ
ਤੇ ਵਿੱਤੀ ਖੇਤਰ ਜਿਹੜਾ ਹੈਗਾ ਉਹ ਭਾਰਤੀ ਰਿਜ਼ਰਵ ਬੈਂਕ ਕੋਲੋਂ ਸਲਾਹ ਲਏ ਬਿਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਆਪਣੇ ਫੈਸਲੇ ਲੈਣ ਦੇ ਲਈ ਸੁਤੰਤਰ ਕਰ ਦਿੱਤਾ ਗਿਆ। ਉਹ ਹੁਣ ਸੁਤੰਤਰ ਸੀ। ਨਿੱਜੀ ਖੇਤਰ ਲਈ ਜਿਹੜਾ ਵਿੱਤੀ ਖੇਤਰ ਦੇ ਦਰਵਾਜ਼ੇ ਉਹ ਵੀ ਖੁੱਲ੍ਹ ਗਏ। ਨਿੱਜੀ ਖੇਤਰ ਦੀ ਜਿਹੜੀ ਉਹ ਭੂਮਿਕਾ ਵੱਧ ਰਹੀ ਸੀ ਤੇ ਬਹੁਤ ਸਾਰੇ ਜਿਹੜੇ ਆ ਬੈਂਕ ਜਿਹੜੇ ਭਾਰਤੀ ਵੀ ਅਤੇ ਵਿਦੇਸ਼ੀ ਵੀ ਉਹ ਸਥਾਪਿਤ ਕੀਤੇ ਗਏ। ਇਸ ਉਦਾਰੀਕਰਨ ਦੇ ਦੌਰਾਨ ਵਿਦੇਸ਼ੀ ਨਿਵੇਸ਼ ਦੀ ਸੀਮਾ ਜਿਹੜੀ ਆ ਵਧਾ ਕੇ 50% ਕਰ ਦਿੱਤੀ ਗਈ। ਪਹਿਲਾਂ 40% ਸੀ, ਉਸ ਨੂੰ ਵਧਾ ਕੇ 50% ਕਰ ਦਿੱਤਾ ਗਿਆ। ਬੈਂਕਾਂ ਨੇ RBI ਤੋਂ ਆਗਿਆ ਲੈ ਬਿਨਾਂ ਹੀ ਆਪਣੀਆਂ ਸ਼ਾਖਾਵਾਂ ਸਥਾਪਿਤ ਕਰਨ ਦੀ ਆਜ਼ਾਦੀ ਦਾ ਆਨੰਦ ਲਿਆ। ਫਿਰ ਵਿਦੇਸ਼ੀ ਸੰਸਥਾਗਤ ਨਿਵੇਸ਼ ਸਾਡੇ ਦੇਸ਼ ਦੇ ਵਿੱਚ ਹੋਇਆ। ਇਹਦੇ ਵਿੱਚ ਵਪਾਰੀ, ਬੈਂਕਰ, ਮਿਊਚੁਅਲ ਫੰਡ, ਪੈਨਸ਼ਨ ਫੰਡ ਇਹ ਭਾਰਤ ਦੇ ਵਿੱਚ ਨਿਵੇਸ਼ ਕਰਨ ਦੇ ਲਈ ਇਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ। ਵਿੱਤੀ ਸੁਧਾਰ ਕਿਹੜੇ ਕੀਤੇ ਗਏ ਕਿ ਸਰਕਾਰ ਦੇ ਜਿਹੜੇ ਆਪਣੇ ਖਰਚ ਜ਼ਿਆਦਾ ਸੀ, ਆਮਦਨ ਘੱਟ ਸੀ, ਤਾਂ ਉਹਦੇ ਵਿੱਚ ਵੀ ਸੁਧਾਰ ਕੀਤੇ ਗਏ। ਪ੍ਰਤੱਖ ਕਰਾਂ ਦੇ ਵਿੱਚ ਦੀ ਦਰ ਵਿੱਚ ਕਮੀ ਲਿਆਂਦੀ ਗਈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਉਸ ਨੂੰ ਪਹੁੰਚਾਇਆ ਜਾ ਸਕੇ। ਕਰ ਦੇ ਢਾਂਚੇ ਨੂੰ ਸਰਲ ਕੀਤਾ ਗਿਆ, ਸਰਲੀਕਰਨ ਕੀਤਾ ਗਿਆ। ਉਹਦਾ ਪਹਿਲਾਂ ਕਰ ਢਾਂਚਾ ਜਿਹੜਾ ਬਹੁਤ ਗੁੰਝਲਦਾਰ ਸੀਗਾ ਉਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਪ੍ਰਤੱਖ ਕਰਾਂ ਦੇ ਵਿੱਚ ਵੀ ਸੁਧਾਰ ਕੀਤੇ ਗਏ। ਪਹਿਲਾਂ ਵੈਟ ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਹੁਣ GST ਲਾਗੂ ਕੀਤਾ ਗਿਆ। ਤਾਂ ਇਹ ਇਸ ਤਰ੍ਹਾਂ ਜਿਹੜੇ ਆ ਹੁਣ ਤੱਕ ਸੁਧਾਰ ਜਿਹੜੇ ਉਹ ਚੱਲਦੇ ਆ ਰਹੇ ਆ। ਵਪਾਰ ਅਤੇ ਨਿਵੇਸ਼ ਸੁਧਾਰ ਕਿਹੜੇ ਕੀਤੇ ਗਏ? ਇੱਕ ਤਾਂ ਵਪਾਰ ਦਾ ਵਪਾਰ ਦੇ ਉੱਤੇ ਮਾਤਰਾਤਮਕ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਸੀ ਕਿ ਕੋਈ ਆਯਾਤ ਕਰਨ ਦੇ ਉੱਤੇ ਜਿਹੜੀ ਉਹ ਪਾਬੰਦੀ ਸੀ ਉਸ ਨੂੰ ਹਟਾ ਦਿੱਤਾ ਗਿਆ। ਜਿਹੜੀਆਂ ਟੈਰਿਫ ਦੀਆਂ ਦਰਾਂ ਸੀ ਜਿਹਦੇ ਵਿੱਚ ਆਯਾਤ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਉਹਨਾਂ ਦੇ ਉੱਤੇ ਜਿਹੜੀਆਂ ਟੈਰਿਫ ਜਾਂ ਹੋਰ ਟੈਕਸ ਲਗਾਏ ਜਾਂਦੇ ਸੀਗੇ ਉਹ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਜਾਂ ਉਹਨਾਂ ਨੂੰ ਜਿਹੜੀਆਂ ਦਰਾਂ ਘਟਾ ਦਿੱਤੀਆਂ ਗਈਆਂ ਤੇ ਪ੍ਰਤੱਖ ਨਿਵੇਸ਼ ਨੂੰ ਉਤਸ਼ਾਹਿਤ ਕੀਤਾ। ਡਾਇਰੈਕਟ ਜਿਹੜਾ ਉਹ FDI ਨੂੰ ਨਿਵੇਸ਼ ਕੀਤਾ, ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਜਿਹੜੇ ਇਹ ਵਿਸ਼ੇਸ਼ ਆਰਥਿਕ ਜ਼ੋਨ ਖੋਲ੍ਹੇ ਗਏ ਇਹਦੇ ਨਾਲ ਜਿਹੜਾ ਉਹ ਨਿਰਮਾਣ ਅਤੇ ਨਿਰਯਾਤ ਨੂੰ ਉਤਸ਼ਾਹ ਜਿਹੜਾ ਉਹ ਮਿਲਿਆ। ਵਿਦੇਸ਼ੀ ਮੁਦਰਾ ਦੇ ਵਿੱਚ ਵੀ ਸੁਧਾਰ ਹੋਇਆ ਕੀਤਾ ਗਿਆ। ਇਸ ਨੀਤੀ ਦੌਰਾਨ ਮੁੱਲ ਦਾ ਜਿਹੜਾ ਭਾਰਤੀ ਰੁਪਈਆ ਉਹਦੇ ਮੁੱਲ ਦੇ ਵਿੱਚ ਕਮੀ ਕੀਤੀ ਗਈ। ਇਹਦੇ ਨਾਲ ਨਿਰਯਾਤ ਜਿਹੜੇ ਉਹ ਵਧਣ ਲੱਗੇ। ਕਮੀ ਹੋਣ ਦੇ ਨਾਲ ਜਿਹੜੀਆਂ ਡਾਲਰ ਦੇ ਨਾਲ ਸਾਡੀਆਂ ਵਧੇਰੇ ਵਸਤੂਆਂ ਖਰੀਦੀਆਂ ਜਾ ਸਕਦੀਆਂ ਸੀ ਤਾਂ ਇਹਦਾ ਵੀ ਸਕਾਰਾਤਮਕ ਪ੍ਰਭਾਵ ਪਿਆ। 1991 ਦੇ ਵਿੱਚ ਵੀ ਰੁਪਈਏ ਦੀ ਜਿਹੜੀ ਉਹ ਗਿਰਾਵਟ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਦਰ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ। ਵਿਦੇਸ਼ੀ ਵਟਾਂਦਰਾ ਦਰ ਜਿਹੜਾ ਪਹਿਲਾਂ ਸਥਿਰ ਵਟਾਂਦਰਾ ਦਰ ਸੀ ਉਹਨੂੰ ਜਿਹੜੀ ਉਹ ਪਰਿਵਰਤਨਸ਼ੀਲ ਲਚਕਦਾਰ ਜਿਹੜੀ ਆ ਵਟਾਂਦਰਾ ਦਰ ਪ੍ਰਣਾਲੀ ਉਹਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਨਿੱਜੀਕਰਨ ਦੀ ਨੀਤੀ ਜਿਹੜੀ ਆ ਅਗਲੀ ਨੀਤੀ ਆ ਉਦਾਰੀਕਰਨ ਤੋਂ ਬਾਅਦ ਉਸ ਦਾ ਅਗਲਾ ਜਿਹੜਾ ਪੜਾਅ ਹੈਗਾ ਉਹ ਨਿੱਜੀਕਰਨ ਦੇ ਵੱਲ ਵਧਿਆ ਗਿਆ। ਇਹਦੇ ਵਿੱਚ ਕਿਹੜੇ ਕੰਮ ਜਿਹੜੇ ਉਹ ਕੀਤੇ ਗਏ? ਨਿੱਜੀਕਰਨ ਦੇ ਵਿੱਚ ਉਦਮੀ ਦੀ ਮਾਲਕੀ ਜਾਂ ਸੰਚਾਲਨ ਜਿਹੜੇ ਉਦਮ ਹੈਗੇ ਆ ਉਹਨਾਂ ਦੀ ਮਾਲਕੀ ਜਾਂ ਸੰਚਾਲਨ ਨਿੱਜੀ ਖੇਤਰ ਦੇ ਲਈ ਵਧਾ ਦਿੱਤਾ ਗਿਆ। ਪਹਿਲਾਂ ਸਰਵਜਨਕ ਖੇਤਰ ਦੇ ਲਈ ਜ਼ਿਆਦਾ ਸੀ, ਹੁਣ ਨਿੱਜੀਕਰਨ ਦੇ ਵਿੱਚ ਨਿੱਜੀ ਖੇਤਰ ਨੂੰ ਆਗਿਆ ਦੇ ਦਿੱਤੀ ਗਈ ਤੇ ਸਰਕਾਰੀ ਖੇਤਰ ਦੇ ਜਿਹੜੇ ਉਦਮਾਂ ਦੇ ਵਿੱਚ ਉਹ ਉਦਮ ਆ ਉਹ ਨਿੱਜੀ ਖੇਤਰ ਨੂੰ ਵੇਚੇ ਜਾਣ ਲੱਗੇ। ਫਿਰ ਸਰਕਾਰ ਦੁਆਰਾ ਜਿਹੜੇ ਨਿੱਜੀ ਖੇਤਰਾਂ ਸਰਕਾਰ ਤੇ ਨਿੱਜੀ ਖੇਤਰ ਦੇ ਜਿਹੜੇ ਸਾਂਝੇ ਉਦਮ ਸੀ ਉਹਨਾਂ ਵਿੱਚ ਸਰਕਾਰ ਨੇ ਆਪਣੀ ਮਾਲਕੀ ਆਪਣਾ ਹਿੱਸਾ ਜਿਹੜਾ ਉਹ ਵਾਪਸ ਲੈ ਲਿਆ, ਘਟਾ ਲਿਆ। ਫਿਰ ਜਿਹੜੇ ਨਿੱਜੀ ਖੇਤਰ ਦੇ ਦਾਖਲੇ ਦੇ ਵਿੱਚ ਮਤਲਬ ਕਿ ਜਿਹੜੇ ਉਦਯੋਗਾਂ ਦੇ ਵਿੱਚ ਨਿੱਜੀ ਖੇਤਰ ਨੂੰ ਆਗਿਆ ਨਹੀਂ ਸੀ, ਸਰਵਜਨਕ ਖੇਤਰ ਲਈ ਸਿਰਫ ਉਹ ਰਾਖਵੇਂ ਸਨ, ਉਹਨਾਂ ਦੇ ਵਿੱਚ ਨਿੱਜੀ ਖੇਤਰ ਨੂੰ ਆਉਣ ਦੀ ਆਗਿਆ ਜਿਹੜੀ ਉਹ ਦੇ ਦਿੱਤੀ ਗਈ ਤੇ ਜਿਹੜੇ ਮੌਜੂਦਾ ਸਰਵਜਨਕ ਖੇਤਰ ਸੀ ਉਹਦਾ ਵਿਸਥਾਰ ਨੂੰ ਸੀਮਿਤ ਕੀਤਾ ਗਿਆ। ਜੋ ਪਹਿਲਾਂ ਸਾਰਾ ਜ਼ਿਆਦਾ ਉਦਯੋਗ ਜਿਹੜੇ ਸਰਵਜਨਕ ਖੇਤਰ ਦੇ ਸੀ ਉਹਨਾਂ ਦੇ ਖੇਤਰ ਨੂੰ ਸੰਗੋੜਿਆ ਗਿਆ, ਸੰਕੁਚਨ ਕੀਤਾ ਗਿਆ ਤੇ ਨਿੱਜੀਕਰਨ ਨੂੰ ਜਿਹੜਾ ਉਹ ਵਧਾਇਆ ਗਿਆ ਤੇ ਸਰਵਜਨਕ ਖੇਤਰਾਂ ਦੇ ਵਿੱਚ ਜਿਹੜੇ ਆ ਉਹ ਨਿੱਜੀ ਖੇਤਰ ਦੇ ਜਿਹੜੇ ਉਦਮੀ ਆ ਉਹਨਾਂ ਨੂੰ ਸ਼ੇਅਰ ਜਿਹੜੇ ਆ ਉਹ ਵੇਚੇ ਜਾਣ ਲੱਗੇ, ਉਹਨਾਂ ਨੂੰ ਵੇਚੇ ਗਏ। ਇਹਦੇ ਨਾਲ ਵੀ ਨਿੱਜੀਕਰਨ ਹੋਇਆ। ਤਾਂ ਨਿੱਜੀਕਰਨ ਅਤੇ ਡਿਸਇਨਵੈਸਟਮੈਂਟ ਦੇ ਵਿੱਚ ਕੀ ਅੰਤਰ ਹੈਗਾ ਇਹ ਆਪਾਂ ਨੂੰ ਸਮਝਣ ਦੀ ਲੋੜ ਆ। ਨਿੱਜੀਕਰਨ ਜਿਹੜਾ ਉਹ ਜਿੰਨਾ ਵੀ ਅਰਥ ਵਿਵਸਥਾ ਦੇ ਵਿੱਚ ਕੰਮਕਾਜ ਆ ਉਹਦੇ ਵਿੱਚ ਨਿੱਜੀ ਖੇਤਰ ਦੀ ਬਹੁਤ ਵੱਡੀ ਭੂਮਿਕਾ ਹੈਗੀ ਆ। ਉਹਨਾਂ ਦੇ ਉੱਤੇ ਕੰਟਰੋਲ ਨਿੱਜੀ ਖੇਤਰ ਦਾ ਹੈਗਾ, ਨਿੱਜੀ ਅਦਾਰਿਆਂ ਦਾ।
पर विनिवेश ਜਿਹੜਾ ਹੈਗਾ डिसइन्वेस्टमेंट ਆ, ਇਹਦਾ मतलब ਜਿਹੜੇ ਪਹਿਲਾਂ ਅਦਾਰੇ ਸਰਕਾਰ ਦੇ ਆਪਣੇ ਸਨ, ਸਰਕਾਰੀ ਉਦਮ ਸਨ, ਉਹਨਾਂ ਦੇ ਵਿੱਚ ਹਿੱਸੇਦਾਰੀ ਆ ਉਹ ਨਿੱਜੀ ਖੇਤਰ ਨੂੰ ਵੇਚ ਦਿੱਤੀ ਗਈ। ਇਸ ਨੂੰ ਜਿਹੜਾ डिसइन्वेस्टमेंट ਜਾਂ ਵਿਨਿਵੇਸ਼ ਕਿਹਾ ਜਾਂਦਾ। ਤਾਂ ਇਹਦੀ ਲੋੜ ਕਿਉਂ ਪਈ, ਕਿਉਂ ਨਿੱਜੀਕਰਨ ਦੀ ਲੋੜ ਕਿਉਂ ਪਈ? ਜਿਵੇਂ ਆਪਾਂ ਪਹਿਲਾਂ ਉਦਾਰੀਕਰਨ ਦੀ ਗੱਲ ਕੀਤੀ ਆ, ਨਵੀਂ ਨੀਤੀ ਦੀ ਗੱਲ ਕੀਤੀ ਆ, ਤਾਂ ਉਦਾਰੀਕਰਨ ਦੀ ਪ੍ਰਕਿਰਿਆ ਦੇ ਵਿੱਚ ਜਿਹੜੀ ਭਾਰਤ ਦੀ ਉਦਯੋਗੀਕਰਨ ਦੀ ਪ੍ਰਕਿਰਿਆ ਹੈਗੀ ਆ, ਸ਼ੁਰੂ ਤੋਂ ਲੈ ਕੇ ਹੀ ਜਨਤਕ ਖੇਤਰ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ ਸੀ ਉਹਦੇ 'ਚ, ਅਤੇ ਨਿੱਜੀ ਖੇਤਰ ਨੂੰ ਜਿਹੜਾ ਇੱਕ ਗੌਣ ਉਹਨੂੰ ਤਰਜੀਹ ਸੀ। ਨਿੱਜੀ ਖੇਤਰ ਜਿਹੜਾ ਸੀਗਾ ਉਸ ਨੂੰ ਇੱਕ ਦੂਜੇ ਨੰਬਰ 'ਤੇ ਰੱਖਿਆ ਗਿਆ ਸੀਗਾ, ਅਤੇ ਜਿਹੜਾ ਜਨਤਕ ਖੇਤਰ ਸਰਵਜਨਕ ਖੇਤਰ ਸੀ ਉਹਦੇ ਕੰਮਾਂ ਦੇ ਵਿੱਚ ਇਸ ਸਮੇਂ ਦੌਰਾਨ ਭ੍ਰਿਸ਼ਟਾਚਾਰ, ਲਾਲ ਫੀਤਾਸ਼ਾਹੀ, ਅਫਸਰਸ਼ਾਹੀ ਜਿਹੜੇ, ਤਾਂ ਇਹਦੇ ਕਾਰਨ ਜਿਹੜੀਆਂ ਕਈ ਗੰਭੀਰ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਗਈਆਂ, ਅਤੇ ਇਹਦੇ ਨਾਲ ਸਰਕਾਰੀ ਖੇਤਰ ਦੇ ਉਦਮਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਤਾਂ ਫਿਰ 1991 ਦੇ ਆਰਥਿਕ ਸੁਧਾਰਾਂ ਦੇ ਵਿੱਚ ਨਿੱਜੀਕਰਨ ਨੂੰ ਮਹੱਤਵਪੂਰਨ ਉਪਾਅ ਵਜੋਂ ਸ਼ੁਰੂ ਕੀਤਾ ਗਿਆ। ਇਹਦੇ 'ਚ ਜਿਹੜਾ ਉਹ ਇਹਦੇ ਹੱਕ ਵਿੱਚ ਦਲੀਲਾਂ ਕਿ ਨਿੱਜੀਕਰਨ ਦੀ ਕਿਉਂ ਜ਼ਰੂਰਤ ਪਈ, ਜਾਂ ਕੀ ਇਹ ਮਾੜਾ ਜਾਂ ਚੰਗਾ, ਆਪਾਂ ਪਹਿਲਾਂ ਇਹ ਗੱਲ ਕਰਾਂਗੇ। ਇਹਦੇ ਹੱਕ ਵਿੱਚ ਦਲੀਲ ਆਪਾਂ ਸਾਂਝੀ ਕਰਦੇ ਹਾਂ ਕਿ ਉੱਚ ਬਜਟ ਘਾਟੇ ਦੀ ਪੂਰਤੀ, ਸਰਕਾਰ ਵੱਲੋਂ ਜਿਹੜਾ ਬਜਟ ਘਾਟਾ ਉਹ ਬਹੁਤ ਜ਼ਿਆਦਾ ਵੱਧ ਗਿਆ ਸੀਗਾ, ਤਾਂ ਉਹਦੇ ਬਜਟ ਘਾਟਾ ਜਿਹੜਾ ਉਹਨੂੰ ਪੂਰਾ ਕਰਨ ਵਾਸਤੇ ਜਾਂ ਤਾਂ ਕਰਜ਼ਾ ਲੈਣਾ ਪਵੇਗਾ। ਤਾਂ ਨਿੱਜੀਕਰਨ ਜਿਹੜਾ ਹੈਗਾ ਇਸ ਵੱਧਦੇ ਬਜਟ ਘਾਟੇ ਨੂੰ ਘਟਾਉਣ ਦੇ ਲਈ ਇੱਕ ਢੰਗ ਵਜੋਂ ਦੇਖਿਆ ਗਿਆ ਕਿ ਜੇ ਅਸੀਂ ਬਜਟ ਘਾਟਾ ਘਟਾਉਣਾ ਤਾਂ ਅਸੀਂ ਨਿੱਜੀ ਖੇਤਰ ਨੂੰ ਜ਼ਿਆਦਾ ਜਿਹੜੀ ਉਹ ਪਹਿਲ ਦੇਵਾਂਗੇ। ਸਰਕਾਰੀ ਉਦਮਾਂ ਦੀ ਜਿਹੜੀ ਆ ਨਿਰਾਸ਼ਜਨਕ ਕਾਰਗੁਜ਼ਾਰੀ ਸੀ, ਇਹਦੇ ਕਰਕੇ ਵੀ ਨਿੱਜੀਕਰਨ ਦੀ ਲੋੜ ਪਈ। ਅਤੇ ਇੱਕ ਉਪਭੋਗਤਾ ਪ੍ਰਭੂਸੱਤਾ, ਕਿਉਂਕਿ ਜਿੰਨੀਆਂ ਵੀ ਨਿੱਜੀਕਰਨ, ਜੋ ਨਿੱਜੀ ਉਦਮ ਹੈ, ਜੋ ਨਿੱਜੀ ਉਦਯੋਗ ਹੈ, ਜੋ ਉਦਯੋਗਪਤੀ ਆ, ਉਹ ਜਿਹੜੀਆਂ ਉਹ ਵਸਤੂਆਂ ਬਣਾਉਂਦੇ ਆ ਜਿਨ੍ਹਾਂ ਦੇ ਜਿਹੜੇ ਉਪਭੋਗਤਾ ਜ਼ਿਆਦਾ ਮੰਗ ਕਰਦੇ ਆ, ਮਤਲਬ ਕਿ ਉਪਭੋਗਤਾ ਦੀ ਮੰਗ ਨੂੰ ਦੇਖਦਿਆਂ ਹੋਇਆਂ ਉਤਪਾਦਨ ਜਿਹੜਾ ਉਹ ਕੀਤਾ ਜਾਂਦਾ। ਤਾਂ ਇਹਨੂੰ ਜਿਹੜਾ ਉਪਭੋਗਤਾ ਹੈਗਾ ਉਹਨੂੰ ਇੱਕ ਪ੍ਰਭੂਸੱਤਾ ਪ੍ਰਾਪਤ ਹੈ, ਮਤਲਬ ਕਿ ਜਿੱਥੇ ਜਿਹੜੀ ਚੀਜ਼ ਉਹ ਚਾਹੇਗਾ ਉਹੀ ਚੀਜ਼ ਜਿਹੜੀ ਉਹ ਪੈਦਾ ਕੀਤੀ ਜਾਵੇਗੀ। ਅਤੇ ਨਿੱਜੀ ਖੇਤਰ ਜਿਹੜਾ ਇਹਦੇ ਲਈ ਬੜਾ ਢੁਕਵਾਂ ਹੈਗਾ, ਉਹ ਉਹੀ ਚੀਜ਼ਾਂ ਪੈਦਾ ਕਰਦਾ ਜਿਹੜੀਆਂ ਚੀਜ਼ਾਂ ਜਿਹੜੀਆਂ ਉਪਭੋਗਤਾਵਾਂ ਨੂੰ ਚਾਹੀਦੀਆਂ, ਕੰਜ਼ਿਊਮਰ ਨੂੰ ਜੋ ਚਾਹੀਦੀਆਂ। ਤਕਨੀਕੀ ਵਿਕਾਸ ਅਤੇ ਆਧੁਨਿਕੀਕਰਨ ਦੇ ਵਿੱਚ ਵੀ ਨਿੱਜੀ ਖੇਤਰ ਦਾ ਬਹੁਤ ਵੱਡਾ ਯੋਗਦਾਨ ਆ, ਅਤੇ ਇਹਦੇ ਵਿੱਚ ਉਹ ਆਪਣਾ ਉਤਪਾਦਨ ਵਧਾਉਣ ਦੇ ਵਾਸਤੇ ਕੁਸ਼ਲਤਾ ਦੇ ਵਿੱਚ ਸੁਧਾਰ ਕਰਦੇ ਆ। ਇਹਦੇ ਨਾਲ ਵਿਕਾਸ ਉਤਸ਼ਾਹਿਤ ਹੁੰਦਾ, ਅਤੇ ਉਤਪਾਦਾਂ ਦੀ ਭਿੰਨਤਾ ਵੀ ਜਿਹੜੀ ਉਹ ਆਉਂਦੀ ਆ ਨਿੱਜੀਕਰਨ ਦੇ ਨਾਲ, ਕਿਉਂਕਿ ਉਹ ਮੁਨਾਫਾ ਕਮਾਉਣ ਦੇ ਉਦੇਸ਼ ਦੇ ਨਾਲ ਉਹ ਉਦਮ ਕਰਦੇ ਆ, ਉਤਪਾਦਨ ਕਰਦੇ ਆ, ਅਤੇ ਉਹਦੇ ਨਾਲ ਜਿਹੜੀ ਆ ਉਹ ਵਿਭਿੰਨਤਾ ਵੀ ਜਿਹੜੀ ਆ ਉਹ ਲੈ ਕੇ ਆਉਂਦੇ ਆ। ਫਿਰ ਇਹਦੇ ਨਾਲ ਪ੍ਰਤੱਖ ਵਿਦੇਸ਼ੀ ਨਿਵੇਸ਼ ਜਿਹੜਾ ਉਸ ਨੂੰ ਉਤਸ਼ਾਹ ਮਿਲਦਾ। ਨਿੱਜੀਕਰਨ ਦੀਆਂ ਨੀਤੀਗਤ ਉਪਾਅ ਜਿਹੜੇ ਉਹ ਕਿਹੜੇ ਕੀਤੇ ਗਏ? ਇੱਕ ਤਾਂ ਜਿਹੜੀਆਂ ਜਨਤਕ ਖੇਤਰ ਲਈ ਰਾਖਵੇਂ ਉਦਯੋਗ ਸੀਗੇ, ਜਿਹੜੇ 17 ਤੋਂ ਘਟਾ ਕੇ 8 ਕਰ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ, ਬਾਅਦ ਵਿੱਚ ਉਹਨਾਂ ਨੂੰ ਵਰਤਮਾਨ ਦੇ ਵਿੱਚ ਸਿਰਫ 3 ਉਦਯੋਗ ਜਿਹੜੇ ਉਹ ਰਹਿ ਗਏ ਸਰਵਜਨਕ ਖੇਤਰ ਦੇ ਲਈ: ਰੇਲਵੇ, ਪਰਮਾਣੂ ਖਣਿਜ, ਪਰਮਾਣੂ ਊਰਜਾ। ਅਤੇ ਜਿਹੜਾ ਇਹਦੇ ਲਈ ਨਿੱਜੀਕਰਨ ਦੇ ਲਈ ਜੋ ਵਿਨਿਵੇਸ਼ ਕੀਤਾ ਗਿਆ, ਡਿਸਇਨਵੈਸਟਮੈਂਟ ਕੀਤਾ ਗਿਆ, ਇਹ 2 ਤਰੀਕੇ ਇਹਦੇ 'ਚ ਅਪਣਾਏ ਗਏ। ਇੱਕ ਤਾਂ ਸਰਕਾਰੀ ਖੇਤਰ ਦੇ ਜਿਹੜੇ ਸ਼ੇਅਰ ਸੀ ਉਹਨਾਂ ਨੂੰ ਨਿੱਜੀ ਖੇਤਰ ਨੂੰ ਵੇਚ ਦਿੱਤਾ ਗਿਆ, ਹਿੱਸੇ ਵੇਚੇ ਗਏ। ਅਤੇ ਇੱਕ ਹੈਗਾ ਸਰਕਾਰੀ ਖੇਤਰ ਦੇ ਉਦਮਾਂ ਦੀ ਜਿਹੜੀ ਰਣਨੀਤਿਕ ਵਿਕਰੀ, ਕੁਝ ਜਿਹੜੇ ਉਦਮ ਸੀਗੇ ਉਹਨਾਂ ਨੂੰ ਨਿੱਜੀ ਉਦਮੀਆਂ ਨੂੰ ਵੇਚ ਦਿੱਤਾ ਗਿਆ। ਜਿਵੇਂ ਐਗਜ਼ਾਮਪਲ ਹੈਗੀ ਆ ਕਿ ਜਿਵੇਂ ਮਾਡਰਨ ਫੂਡਸ ਇੰਡੀਆ ਹੈਗਾ, ਭਾਰਤ ਐਲੂਮੀਨੀਅਮ ਕੰਪਨੀ ਬਾਲਕੋ ਬੜੀ ਪ੍ਰਸਿੱਧ ਕੰਪਨੀ ਸੀ। ਇੱਦਾਂ ਹੀ ਮਾਰੂਤੀ ਉਦਯੋਗ ਲਿਮਟਿਡ, ਇਹਨਾਂ ਨੂੰ ਨਿੱਜੀ ਖੇਤਰ ਨੂੰ ਇਹਨਾਂ ਦੀ ਵਿਕਰੀ ਕਰ ਦਿੱਤੀ ਗਈ, ਇਹਨਾਂ ਨੂੰ ਵੇਚ ਦਿੱਤਾ ਗਿਆ। ਨਿੱਜੀਕਰਨ ਦੇ ਵਿਰੁੱਧ ਵਿਚਾਰ, ਇਹਦੇ ਜਿਹੜੇ ਨਿੱਜੀਕਰਨ ਦੇ ਮਾੜੇ ਅਸਰ ਵੀ ਜਿਹੜੇ ਉਹ ਹੋ ਸਕਦੇ ਆ, ਉਹ ਆਪਾਂ ਵਿਚਾਰ ਕਰਦੇ ਆ। ਇੱਕ ਤਾਂ ਜਿਹੜਾ ਸਾਡਾ ਸਮਾਜਵਾਦੀ ਢਾਂਚਾ ਸੀ, ਜੋ ਪੈਟਰਨ ਸੀਗਾ, ਉਹਦਾ ਘਾਟਾ ਪਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਡੀ ਅਰਥ ਵਿਵਸਥਾ ਸਮਾਜਵਾਦੀ ਢਾਂਚਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜਾ ਉਹ ਆਰਥਿਕ ਅਸਮਾਨਤਾ ਨੂੰ ਘੱਟ ਕੀਤਾ ਜਾ ਸਕੇ, ਗਰੀਬੀ ਨੂੰ ਘਟਾਇਆ ਜਾ ਸਕੇ। ਤਾਂ ਇਹ ਸਮਾਜਵਾਦੀ ਅਰਥ ਵਿਵਸਥਾ ਦੇ ਵਿੱਚ ਹੀ ਹੋ ਸਕਦਾ ਸੀਗਾ।
ਪਰ ਜਦੋਂ ਹੁਣ ਨਿੱਜੀਕਰਨ ਹੋਣ ਦੇ ਨਾਲ ਇਹਦੇ ਵਿੱਚ ਜਿਹੜੇ ਘਾਟਾ ਪਿਆ, ਅਸਮਾਨਤਾ ਦੇ ਵਿੱਚ ਵਾਧਾ ਹੋਇਆ ਇਹਦੇ ਨਾਲ, ਨਿੱਜੀਕਰਨ ਦੇ ਨਾਲ। ਰਣਨੀਤਿਕ ਖੇਤਰ ਦੇ ਉੱਤੇ ਵੀ ਇਹਦੀ ਅਣਦੇਖੀ ਹੋਈ। ਰਣਨੀਤਿਕ ਖੇਤਰ ਦੇ ਵਿੱਚ ਬੁਨਿਆਦੀ ਢਾਂਚਾ ਜਿਹੜਾ ਸ਼ਾਮਲ ਹੁੰਦਾ, ਜਿਵੇਂ ਸੜਕਾਂ, ਪੁਲ, ਇਹ ਸਾਰਾ ਕੁਝ, ਤਾਂ ਇਹ ਜਿਹੜਾ ਹੈਗਾ ਨਿੱਜੀ ਖੇਤਰ ਇਹਦੇ 'ਚ ਨਿਵੇਸ਼ ਨਹੀਂ ਕਰਦਾ। ਸਰਕਾਰੀ ਖੇਤਰ ਨੂੰ, ਸਾਰਵਜਨਿਕ ਖੇਤਰ ਨੂੰ ਹੀ ਨਿਵੇਸ਼ ਕਰਨਾ ਪੈਂਦਾ। ਤਾਂ ਇਹ ਵੀ ਇਹਦੇ ਨਾਲ ਫਿਰ ਜਿਹੜੀ ਅਣਦੇਖੀ ਹੁੰਦੀ ਹੈ। ਜੇ ਅਸੀਂ ਜ਼ਿਆਦਾ ਨਿਰਭਰਤਾ ਅਸੀਂ ਨਿੱਜੀ ਖੇਤਰ 'ਤੇ ਹੀ ਰੱਖਾਂਗੇ ਤਾਂ ਅਗਲੀ ਜਿਹੜੀ ਆਪਣੀ ਇਹਦੇ ਵਿੱਚ ਨਵੀਂ ਆਰਥਿਕ ਨੀਤੀ ਦਾ ਜੋ ਤੱਤ ਹੈ ਉਹ ਹੈਗਾ ਵਿਸ਼ਵੀਕਰਨ ਦੀ ਨੀਤੀ ਅਪਣਾਈ ਗਈ। ਅਗਲਾ ਤੱਤ ਜਿਹੜਾ ਹੈਗਾ, ਇਹ ਮੇਨ ਤਿੰਨ ਹੀ ਹੈ, ਇੱਕ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ। ਇਹਦੇ ਦੌਰਾਨ ਜਿਹੜੀਆਂ ਕਿਹੜੀਆਂ ਰਣਨੀਤੀਆਂ ਅਪਣਾਈਆਂ ਗਈਆਂ, ਇਹ ਇੱਕ ਤੀਸਰਾ ਕਦਮ ਸੀਗਾ। ਤਾਂ ਇਹ ਉਦਾਰੀਕਰਨ ਦਾ ਹੀ ਜਿਹੜਾ ਉਹ ਇੱਕ ਅੱਗੇ ਸਟੈਪ ਹੈਗਾ ਇਹਦਾ। ਨਿੱਜੀਕਰਨ ਦੀਆਂ ਨੀਤੀਆਂ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਣ ਦੀ ਇੱਕ ਨੀਤੀ ਹੈ। ਤਾਂ ਇਹਦੇ ਨਾਲ, ਵਿਸ਼ਵੀਕਰਨ ਦੀ ਨੀਤੀ ਦੇ ਨਾਲ ਜਿਹੜਾ ਵਿਦੇਸ਼ੀ ਪੂੰਜੀ ਨੂੰ ਉਤਸ਼ਾਹ ਮਿਲਿਆ। ਤਾਂ ਇਹਦੇ ਵਿੱਚ ਵਿਦੇਸ਼ੀ ਪੂੰਜੀ ਦੇ ਵਿੱਚ ਪਹਿਲਾਂ ਜਿਹੜਾ ਹਿੱਸੇ ਦੀ ਸੀਮਾ ਸੀ ਉਹ 40% ਤੱਕ ਸੀ, ਜਿਹੜੀ ਵਧਾ ਕੇ 51% ਤੱਕ ਕਰ ਦਿੱਤੀ ਗਈ, ਜੋ ਬਾਅਦ ਵਿੱਚ ਇਹਨੂੰ ਵਧਾ ਕੇ 100% ਤੱਕ ਇਸ ਨੂੰ ਕਰ ਦਿੱਤਾ ਗਿਆ। ਫਿਰ ਉੱਚ ਤਰਜੀਹ ਵਾਲੇ ਉਦਯੋਗ ਜਿਹੜੇ ਆ ਉਹਨਾਂ ਦੇ ਵਿੱਚ 100% ਤੱਕ ਸਿੱਧਾ ਵਿਦੇਸ਼ੀ ਨਿਵੇਸ਼ ਦੀ ਆਗਿਆ ਦੇ ਦਿੱਤੀ ਗਈ। ਪਹਿਲਾਂ ਉਹਨਾਂ ਦੇ ਵਿੱਚ ਆਗਿਆ ਨਹੀਂ ਸੀ। ਫਿਰ ਜਿਹੜੇ ਨਿਰਯਾਤ ਘਰ, ਉਹਨਾਂ ਦੇ ਵਿੱਚ ਵੀ 100% ਵਿਦੇਸ਼ੀ ਪੂੰਜੀ ਨਿਵੇਸ਼ ਦੀ ਆਗਿਆ ਦੇ ਦਿੱਤੀ ਗਈ, ਜਿਹੜੇ ਜ਼ਿਆਦਾ ਨਿਰਯਾਤ ਕਰਨ ਵਾਲੀਆਂ ਵਸਤੂਆਂ ਪੈਦਾ ਕਰਦੇ। ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜੇ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕੀਤੇ ਗਏ, ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ, ਬਿਜਲੀ, ਸੜਕਾਂ, ਆਵਾਜਾਈ, ਸਟੋਰੇਜ ਆਦਿ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ। ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਿਹੜਾ ਹੈਗਾ ਉਹ ਲਾਗੂ ਕੀਤਾ ਗਿਆ। ਹੁਣ ਸਿਰਫ ਪ੍ਰਬੰਧ ਕਰਦਾ ਸੀ ਜਿਹੜੀ ਵਿਦੇਸ਼ੀ ਮੁਦਰਾ ਦੇ ਉੱਤੇ। ਤਾਂ ਇਹਦੀ ਨੀਤੀ ਦੇ ਵਿੱਚ ਇੱਕ ਤਾਂ ਰੁਪਏ ਦੇ ਵਿੱਚ ਅੰਸ਼ਕ ਜਿਹੜੀ ਉਹ ਤਬਦੀਲੀ ਕੀਤੀ ਗਈ, ਇਹਨੂੰ ਬਾਜ਼ਾਰ ਦੀਆਂ ਸ਼ਕਤੀਆਂ ਦੁਆਰਾ ਖਰੀਦਿਆ ਤੇ ਵੇਚਿਆ ਜਾਣ ਲੱਗਾ। ਤਾਂ ਇਹ ਸਿਰਫ ਵਸਤੂਆਂ ਤੇ ਸੇਵਾਵਾਂ ਦੇ ਆਯਾਤ ਨਿਰਯਾਤ ਜਾਂ ਪਰਿਵਾਰ ਨੂੰ ਭੇਜਣ ਵਾਲੀਆਂ ਰਕਮਾਂ ਦੇ ਉੱਤੇ ਹੀ ਇਸ ਨੂੰ ਲਾਗੂ ਕੀਤਾ ਗਿਆ। ਪੂੰਜੀ ਦੇ ਲੈਣ ਦੇਣ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ। ਫਿਰ ਜਿਹੜੀਆਂ ਰੁਕਾਵਟਾਂ ਆਯਾਤ ਦੇ ਵਿੱਚ ਰੁਕਾਵਟਾਂ ਸੀ, ਉਹਨਾਂ ਨੂੰ ਦੂਰ ਕੀਤਾ ਗਿਆ। ਆਯਾਤ ਕਰਨ ਦੀ ਜਿਹੜੀ ਉਹ ਆਗਿਆ ਦੇ ਦਿੱਤੀ ਗਈ। ਇਹਦੇ 'ਤੇ ਜਿਹੜੇ ਟੈਰਿਫ, ਕਸਟਮ ਡਿਊਟੀ, ਇਹਨਾਂ ਨੂੰ ਕੋਟੇ ਜਿਹੜੇ ਸੀ ਰੱਖੇ ਨਿਰਧਾਰਿਤ ਕੀਤੇ ਹੋਏ, ਉਹਨਾਂ ਨੂੰ ਘੱਟ ਕਰ ਦਿੱਤਾ ਗਿਆ। ਤਾਂ ਇਹ ਵਿਸ਼ਵੀਕਰਨ ਦੇ ਵੱਲ ਇਹ ਕਦਮ ਵਧਾਏ ਗਏ। ਅਗਲੀ ਗੱਲ ਆਪਾਂ ਕਰਦੇ ਹਾਂ ਕਿ ਵਿਸ਼ਵੀਕਰਨ ਦੇ ਨਾਲ ਆਊਟਸੋਰਸਿੰਗ ਜਿਹੜੀ ਹੈਗੀ ਆ ਉਹ ਕਿਵੇਂ ਹੋਈ। ਜਿਵੇਂ MNC ਸਾਡੇ ਦੇਸ਼ ਦੇ ਵਿੱਚ ਆ ਕੇ ਕੰਮ ਕਰਦੀਆਂ, ਵਿਦੇਸ਼ਾਂ ਤੋਂ ਵਪਾਰਕ ਸੇਵਾਵਾਂ ਨੂੰ ਕਿਰਾਏ 'ਤੇ ਲੈਣ ਦੀ ਪ੍ਰਣਾਲੀ ਇਹ ਦਰਸਾਉਂਦੀ ਆ। ਵਿਦੇਸ਼ੀ ਕੰਪਨੀਆਂ ਜਿਹੜੀਆਂ ਉਹ ਸਾਡੇ ਦੇਸ਼ ਵਿੱਚ ਆ ਕੇ ਜਿਹੜੀਆਂ ਆਊਟਸੋਰਸਿੰਗ ਕਰਦੀਆਂ। ਤਾਂ ਜਿਹੜੇ ਘਰੇਲੂ ਨਾਗਰਿਕ ਆ ਉਹ ਵਿਦੇਸ਼ੀ ਕੰਪਨੀਆਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰਦੇ ਆ, ਕਿਉਂਕਿ ਉਹਨਾਂ ਕੰਪਨੀਆਂ ਨੂੰ ਇਹ ਮਜ਼ਦੂਰ ਜਿਹੜੇ ਆ ਉਹ ਘੱਟ ਰੇਟ ਤੇ, ਘੱਟ ਤਨਖਾਹ 'ਤੇ ਮਜ਼ਦੂਰੀ 'ਤੇ ਮਿਲ ਜਾਂਦੇ ਆ। ਉਹ ਕਾਨੂੰਨੀ ਸੇਵਾਵਾਂ ਦਿੰਦੇ ਆ, ਜਾਂ IT ਸੇਵਾਵਾਂ, ਸੁਰੱਖਿਆ, ਅਧਿਆਪਨ, ਇਹ ਸੇਵਾਵਾਂ ਜਿਹੜੀਆਂ ਉਹ ਮੁਹੱਈਆ ਕਰਵਾਉਂਦੀਆਂ ਉਹਨਾਂ ਕੰਪਨੀਆਂ ਨੂੰ। ਤੇ ਅੱਜ ਕੱਲ੍ਹ ਭਾਰਤ ਆਊਟਸੋਰਸਿੰਗ ਉਦਯੋਗ ਦੇ ਲਈ ਇੱਕ ਮਨਪਸੰਦ ਮੰਜ਼ਿਲ ਬਣ ਕੇ ਉੱਭਰਿਆ। ਤੇ ਬਹੁਰਾਸ਼ਟਰੀ ਕੰਪਨੀਆਂ MNC ਜਿਹੜੀਆਂ ਉਹਨਾਂ ਦੇ ਲਈ ਇਹ ਮਹੱਤਵਪੂਰਨ ਸਥਾਨ ਆ ਭਾਰਤ, ਕਿਉਂਕਿ ਇੱਥੇ ਸਸਤੀ ਕਿਰਤ ਦੀ ਆਸਾਨ ਉਪਲਬਧਤਾ ਹੈ। ਮਜ਼ਦੂਰੀ ਜਿਹੜੀ ਆ ਉਹਨਾਂ ਨੂੰ ਆਪਣੇ ਦੇਸ਼ ਵਿੱਚ ਉਹਨਾਂ ਨੂੰ ਜੇ ਡਾਲਰਾਂ 'ਚ ਪੇ ਕਰਨਾ ਹੋਵੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪੇ ਕਰਨਾ ਪੈਂਦਾ। ਪਰ ਜਦੋਂ ਸਾਡੇ ਦੇਸ਼ ਦੇ ਵਿੱਚ ਆ ਕੇ ਕੋਈ ਉਦਮ ਲਗਾਉਂਦੇ ਆ, ਕੋਈ ਜਿਹੜਾ ਉਹ ਕੁਝ ਵੀ ਸ਼ੁਰੂ ਕਰਦੇ ਆ, ਤਾਂ ਉਹਦੇ 'ਚ ਉਹਨਾਂ ਨੂੰ ਘੱਟ ਆਸਾਨ ਜਿਹੜੀ ਆ ਉਹ ਮਜ਼ਦੂਰੀ ਦਰ ਦੇ ਉੱਤੇ ਕਿਰਤ ਮਿਲ ਜਾਂਦੀ ਆ। ਫਿਰ ਸਾਡੇ ਦੇਸ਼ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਤਕਨੀਕ ਬਹੁਤ ਹੈਗੀ ਆ। ਤਾਂ ਭਾਰਤੀਆਂ ਕੋਲ ਤਕਨੀਕ ਵੀ ਆ, ਹੁਨਰ ਵੀ ਆ। ਇਹ ਜਿਹੜੀ ਆ ਉਹ MNC ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹਦਾ ਲਾਭ ਮਿਲਦਾ। ਅੰਤਰਰਾਸ਼ਟਰੀ ਯੋਗਤਾ ਜਿਹੜੀ ਹੈਗੀ ਆ ਉਹ ਵੀ ਸਾਡੇ ਭਾਰਤ ਦੇ ਅੰਦਰ ਇੱਕ ਅੰਤਰਰਾਸ਼ਟਰੀ ਯੋਗਤਾ ਅਤੇ ਭਰੋਸੇਯੋਗਤਾ ਹੈਗੀ ਆ, ਜਿਹੜੀ ਵਿਦੇਸ਼ੀ ਨਿਵੇਸ਼ਕਾਂ ਨੂੰ ਵਿਸ਼ਵਾਸ ਉਹਨਾਂ ਦਾ ਵਧਾਉਂਦਾ ਹੈ ਇਹਦੇ ਨਾਲ। ਤਾਂ ਇਹਦੇ ਨਾਲ ਕੀ ਜਿਹੜਾ ਉਹ ਕਾਰਨ ਕੀ ਹੈਗਾ, ਕਿਉਂ ਹੁੰਦਾ ਇਹ? ਇੱਕ ਤਾਂ ਭਾਰਤ ਜਿਹੜਾ ਉਹ ਇੱਕ ਬਹੁਤ ਵੱਡਾ ਬਾਜ਼ਾਰ ਹੈਗਾ। ਭਾਰਤ ਦੇ ਕੋਲੇ ਉਤਪਾਦਾਂ ਅਤੇ ਸੇਵਾਵਾਂ ਦੇ ਲਈ ਬਹੁਤ ਵੱਡਾ ਬਾਜ਼ਾਰ ਹੈ। ਇਸ ਲਈ ਜਿਹੜੀਆਂ ਆਊਟਸੋਰਸ ਕਰਦੀਆਂ ਕੰਪਨੀਆਂ,
ਫਿਰ ਸਥਿਰ ਰਾਜਨੀਤਿਕ ਵਾਤਾਵਰਨ ਆ ਸਾਡੇ ਕੋਲੇ। ਸਾਡੇ ਗਵਾਂਢੀ ਦੇਸ਼ਾਂ ਦੇ ਵਾਂਗ ਜਲਦੀ ਕੋਈ ਇੱਦਾਂ ਜਿਹੜੀ ਆ ਉਹ ਰਾਜਨੀਤਿਕ ਉਥਲ ਪੁਥਲ ਨਹੀਂ ਹੁੰਦੀ। ਸਥਿਰ ਰਾਜਨੀਤਿਕ ਵਾਤਾਵਰਨ ਆ ਦੇਸ਼ ਦੇ ਵਿੱਚ, ਤਾਂ ਉੱਥੇ ਹੀ ਨਿਵੇਸ਼ ਵੀ ਜ਼ਿਆਦਾ ਹੁੰਦਾ ਜਿੱਥੇ ਸ਼ਾਂਤੀ ਹੋਵੇ, ਸਥਿਰਤਾ ਹੋਵੇ। ਸਰਕਾਰ ਦੀਆਂ ਅਨੁਕੂਲ ਨੀਤੀਆਂ, ਸਰਕਾਰ ਉਹਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੇ ਆ। ਫਿਰ ਇੱਥੇ ਮੁਕਾਬਲੇ ਦੀ ਜਿਹੜੀ ਘਾਟ ਹੈਗੀ ਆ ਸਾਡੇ ਦੇਸ਼ ਦੇ ਵਿੱਚ, ਵਿਦੇਸ਼ੀ ਕੰਪਨੀਆਂ ਦਾ ਮੁਕਾਬਲਾ ਕਰਨ ਜੋਗੇ ਉਹਨਾਂ ਦੇ ਉਹਨੇ ਗੁਣ ਨਹੀਂ ਹੈਗੇ, ਉਹਨਾਂ ਨੂੰ ਮੁਕਾਬਲਾ ਨਹੀਂ ਕਰਨਾ ਪੈਂਦਾ ਗਾ। ਫਿਰ ਬੁਨਿਆਦੀ ਢਾਂਚੇ ਦੇ ਉੱਤੇ ਸਰਕਾਰ ਵੱਲੋਂ ਕਾਫੀ ਨਿਵੇਸ਼ ਕੀਤਾ ਜਾਂਦਾ, ਇਹਦੇ ਨਾਲ ਵੀ ਜਿਹੜੀ ਆਊਟਸੋਰਸਿੰਗ ਦੇ ਵਿੱਚ ਵਾਧਾ ਹੁੰਦਾ। ਕੱਚੇ ਮਾਲ ਤੇ ਦੀ ਸਸਤੀ ਅਤੇ ਭਰਪੂਰ ਉਪਲਬਧਤਾ ਹੋ ਜਾਂਦੀ ਆ। ਕੁਦਰਤੀ ਸਾਧਨਾਂ ਦੀ ਬਹੁਤਾਤ ਆ ਦੇਸ਼ ਦੇ ਵਿੱਚ, ਤੇ ਕੱਚਾ ਮਾਲ ਉਹਨਾਂ ਨੂੰ ਜਿਹੜਾ ਸੌਖਾ ਮਿਲ ਜਾਂਦਾ। ਹੋਰ ਆਊਟਸੋਰਸਿੰਗ ਦੇ ਕੀ ਲਾਭ ਆ, ਇਹਦੇ ਨਾਲ ਰੁਜ਼ਗਾਰ ਦੇ ਵਿੱਚ ਉਹ ਵਾਧਾ ਹੁੰਦਾ। ਜੇ ਉਹ ਇੱਥੇ ਕੰਪਨੀਆਂ ਆਉਣਗੀਆਂ ਤਾਂ ਸਾਡੇ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਉਹਨਾਂ ਨੂੰ ਮਿਲਦਾ। ਤਕਨੀਕੀ ਜਾਣਕਾਰੀ ਦਾ ਆਦਾਨ ਪ੍ਰਦਾਨ ਹੁੰਦਾ। ਉਹ ਕੰਪਨੀਆਂ ਜੇ ਆਉਣਗੀਆਂ ਤਾਂ ਆਪਣੇ ਨਾਲ ਤਕਨੀਕੀ ਜਾਣਕਾਰੀ ਵੀ ਲੈ ਕੇ ਆਉਣਗੀਆਂ। ਅੰਤਰਰਾਸ਼ਟਰੀ ਯੋਗਤਾ ਦੇ ਵਿੱਚ ਵਾਧਾ ਹੁੰਦਾ, ਤੇ ਹੋਰ ਖੇਤਰਾਂ ਨੂੰ ਵੀ ਉਤਸ਼ਾਹ ਮਿਲਦਾ ਹੈ ਇਹਦੇ ਨਾਲ। ਮਤਲਬ ਕਿ ਜੇ ਆਪਣੇ ਉਦਯੋਗ ਕੋਈ ਮਸ਼ੀਨਾਂ ਇੱਥੇ ਪੈਦਾ ਹੋਣਗੀਆਂ, ਕੰਪਿਊਟਰ ਪੈਦਾ ਹੋਣਗੇ, ਤਾਂ ਉਹਦੇ ਨਾਲ ਬਾਕੀ ਦੇ ਜਿਹੜੇ ਖੇਤਰ ਹੈਗੇ ਉਹਨਾਂ ਨੂੰ ਵੀ ਲਾਭ ਹੁੰਦਾ ਇਹਦਾ। ਮਨੁੱਖੀ ਪੂੰਜੀ ਦੇ ਨਿਰਮਾਣ ਦੇ ਵਿੱਚ ਬੜਾ ਯੋਗਦਾਨ ਪਾਇਆ ਇਹਨਾਂ ਨੇ, ਤੇ ਲੋਕਾਂ ਦੇ ਰਹਿਣ ਸਹਿਣ ਤੇ ਉੱਚਾ ਹੋਇਆ, ਗਰੀਬੀ ਖਤਮ ਹੋ ਰਹੀ ਹੈ ਇਹਦੇ ਨਾਲ। ਇਹਨਾਂ ਦੇ ਵਿੱਚ ਕੰਮ ਕਰਨ ਦੇ ਨਾਲ ਬੁਨਿਆਦੀ ਆਧਾਰ ਦੇ ਵਿੱਚ ਜਿਹੜਾ ਉਹ ਨਿਵੇਸ਼ ਹੋ ਰਿਹਾ, ਤਾਂ GDP ਦੇ ਵਿੱਚ ਇਹਦੇ ਨਾਲ ਵਾਧਾ ਹੋ ਰਿਹਾ। ਨਵੀਂ ਆਰਥਿਕ ਨੀਤੀ ਦੀ ਆਪਾਂ ਜੇ ਹੁਣ ਗੱਲ ਕਰੀਏ, ਇੰਨੇ ਸੁਧਾਰ ਕਰਨ ਦੇ ਨਾਲ, ਤੇ ਜਿਹੜਾ ਵਿੱਤੀ ਘਾਟਾ ਸੀ ਉਹਦੇ ਵਿੱਚ ਵੀ ਕਾਫੀ ਕਮੀ ਹੋ ਗਈ ਆ। ਉਦਯੋਗਿਕ ਉਤਪਾਦਨ ਦੇ ਵਿੱਚ ਵਾਧਾ ਹੋਇਆ, ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਵਾਧਾ ਹੋਇਆ। ਇਹ ਜਿੰਨੇ ਸੁਧਾਰ ਜਿਹੜੇ ਉਹ ਕੀਤੇ ਗਏ ਆ, ਤੇ ਉਪਭੋਗਤਾਵਾਂ ਦੀ ਹਿੱਤਾਂ ਦੀ ਜਿਹੜੀ ਉਹ ਰਾਖੀ ਹੋਈ ਆ। ਪਰ ਇਹਦੇ ਕੁਝ ਕੁ ਨੁਕਸਾਨ ਇਹਦੇ 'ਚ ਹੈਗੇ ਆ ਕਿ ਜਿਹੜਾ ਸਾਡਾ ਖੇਤੀਬਾੜੀ ਖੇਤਰ ਆ ਉਸ ਨੂੰ ਅਣਗੌਲਿਆ ਕੀਤਾ ਗਿਆ। ਅਸਮਾਨ ਵਿਕਾਸ ਦੀ ਪ੍ਰਕਿਰਿਆ ਹੋਈ ਆ, ਉਪਭੋਗਤਾਵਾਦ ਇਹਦੇ ਨਾਲ ਆਇਆ, ਤੇ ਬਸਤੀਵਾਦ ਦੀ ਸ਼ੁਰੂਆਤ ਜਿਹੜੀ ਹੋਈ ਆ। ਸੋ ਬਹੁਤ ਸਾਰੇ ਇਹਦੇ ਨੁਕਸਾਨ ਵੀ ਆ ਜਿਹੜੇ ਸਾਨੂੰ ਇਸ ਨਵੀਂ ਆਰਥਿਕ ਨੀਤੀ ਦੇ ਨਾਲ ਹੋਈ। ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਕਮਜ਼ੋਰ ਹੋਈਆਂ, ਪੈਸਾ ਜਿਹੜਾ ਸਾਡਾ ਉਹ ਕੇਂਦਰ ਬਣ ਗਿਆ, ਵਿੱਤੀ ਨੀਤੀਆਂ ਦਾ ਨਕਾਰਾਤਮਕ ਪ੍ਰਭਾਵ ਪਿਆ। ਤਾਂ ਬੇਰੁਜ਼ਗਾਰੀ ਜਿਹੜੀ ਆ ਉਹ ਪੜ੍ਹੇ ਲਿਖੇ ਲੋਕਾਂ ਨੂੰ ਬੇਰੁਜ਼ਗਾਰੀ ਜਿਹੜੀ ਆ ਉਹ ਵਧੀ ਆ। ਜਿਹੜੇ ਪਿੰਡਾਂ ਵਾਲੇ ਲੋਕ ਆ ਉਹਨਾਂ ਨੂੰ ਬੇਰੁਜ਼ਗਾਰ ਜਿਹੜਾ ਉਹ ਨਹੀਂ ਮਿਲ ਰਿਹਾ, ਜ਼ਿਆਦਾ ਕੰਮ ਮਸ਼ੀਨਾਂ ਨਾਲ ਕਰਵਾਇਆ ਜਾ ਰਿਹਾ। ਸੋ ਇਹ ਜਿਹੜਾ ਕੁਝ ਅਸੀਂ ਮਤਲਬ ਕਿ ਦੇਖਿਆ ਕਿ ਨਵੀਂ ਆਰਥਿਕ ਨੀਤੀ ਦੇ ਕਾਫੀ ਸਾਰੇ ਜਿਹੜੇ ਸਾਨੂੰ ਫਾਇਦੇ ਵੀ ਆ, ਤੇ ਕੁਝ ਵੀ ਸਾਨੂੰ ਇਹਦੇ ਨੁਕਸਾਨ ਵੀ ਜਿਹੜੇ ਉਹ ਉਠਾਉਣੇ ਪੈ ਰਹੇ ਆ। ਪਰ ਜੇ ਅਸੀਂ ਇਸ ਨੂੰ ਸਹੀ ਤਰੀਕੇ ਦੇ ਨਾਲ ਇਸ ਨੂੰ ਵਰਤੀਏ ਤਾਂ ਅਸੀਂ ਆਪਣੇ ਦੇਸ਼ ਦਾ ਇੱਕ ਵਧੀਆ ਤਰੀਕੇ ਦੇ ਨਾਲ ਵਿਕਾਸ ਕਰ ਸਕਦੇ ਹਾਂ। ਉਮੀਦ ਆ ਕਿ ਤੁਸੀਂ ਇਹ ਸਾਰੀ ਜਿਹੜੀ ਨਵੀਂ ਆਰਥਿਕ ਨੀਤੀ ਆ ਉਹਦੇ ਮੇਨ ਪੁਆਇੰਟ ਜਿਹੜੇ ਆ ਉਹਨਾਂ ਨੂੰ ਤੁਸੀਂ ਜਿਹੜਾ ਉਹ ਨੋਟ ਕਰ ਲਿਆ ਹੋਵੇਗਾ, ਤੇ ਇਸ ਨੂੰ ਸਮਝ ਲਿਆ ਹੋਵੇਗਾ। ਬਹੁਤ ਬਹੁਤ ਧੰਨਵਾਦ।